ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਪਾਵਨ ਸਥਾਨ ਤੋਂ ਸਰਵਣ ਕਰਦੀਆਂ ਹੋ। ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਪਾਵਨ ਬਾਣੀ, ਆਪਣੇ ਸ਼ਬਦ ਦੀ ਵਿਚਾਰ ਸਤਿਗੁਰੂ ਜੀ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਰਾਗ ਮਾਝ ਚੌਪਦੇ ਘਰ ਪਹਿਲਾ ਮਹੱਲਾ ਚੌਥਾ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਹਰ ਹਰ ਨਾਮ ਮੈਂ ਹਰ ਮਨ ਪਾਇਆ। ਵਡ ਭਾਗੀ ਹਰ ਨਾਮ ਧਿਆਇਆ। ਗੁਰ ਪੂਰੈ ਹਰ ਨਾਮ ਸਿਧ ਪਾਈ। ਕੋ ਵਿਰਲਾ ਗੁਰਮਤਿ ਚੱਲੈ ਜਿਉ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਪਿਆਰ ਸਹਿਤ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ। ਇਹ ਪਾਵਨ ਬਚਨ ਮਾਝ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਜੀ ਕੇ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 94 ਦੇ ਉੱਪਰ ਸੁਭਾਇਮਾਨ ਹੈ। ਅੱਜ ਸਤਿਗੁਰੂ ਜੀ ਨੇ ਅਪਾਰ ਕਿਰਪਾ ਕੀਤੀ। ਮਾਝ ਰਾਗ ਦੀ ਆਰੰਭਤਾ ਹੋਈ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਇਹ ਦੂਸਰਾ ਰਾਗ ਹੈ। ਜਦੋਂ ਮਾਝ ਰਾਗ ਦਾ ਜ਼ਿਕਰ ਕਰਦੇ ਹਾਂ ਆਪਾਂ, ਕਿਉਂਕਿ ਹਰ ਰਾਗ ਨੂੰ ਗਾਉਣ ਵਾਸਤੇ ਅਲੱਗ-ਅਲੱਗ ਸਵਰ ਔਰ ਹਰ ਰਾਗ ਨੂੰ ਗਾਉਣ ਵਾਸਤੇ ਅਲੱਗ-ਅਲੱਗ ਸਮਾਂ ਹੈ। ਜਿਵੇਂ ਮਾਝ ਰਾਗ ਨੂੰ ਗਾਉਣ ਦਾ ਸਮਾਂ ਜਿਹੜਾ ਹੈ ਉਹ ਦਿਨ ਦਾ ਚੌਥਾ ਪਹਿਰ ਹੈ। ਮਤਲਬ ਆਪਾਂ ਦੁਪਹਿਰਕ ਵੇਲੇ ਦਾ ਜ਼ਿਕਰ ਕਰ ਸਕਦੇ ਹਾਂ।
ਔਰ ਇਹਦੇ ਵਿੱਚ ਜਿਹੜੇ ਸਵਰ ਵਰਤੇ ਜਾਂਦੇ ਨੇ ਗਾ ਔਰ ਨੀ ਦੋਵੇਂ ਸ਼ੁੱਧ ਔਰ ਕੋਮਲ, ਇਹ ਦੋਵੇਂ ਵਰਤੇ ਜਾਂਦੇ ਨੇ। ਮਾਝ ਦਾ ਜਦੋਂ ਅੱਖਰੀ ਅਰਥ ਕਰਦੇ ਆ ਤੇ ਮਾਝ ਦਾ ਮਤਲਬ ਵਿਚਾਲੇ, ਵਿਚਕਾਰ। ਤੇ ਅਸੀਂ ਇਹਦਾ ਭਾਵ ਇਹ ਵੀ ਕਹਿ ਸਕਦੇ ਹਾਂ ਵੀ ਜਿਵੇਂ ਸ੍ਰੀ ਰਾਗ ਨੇ, ਜਦੋਂ ਸ੍ਰੀ ਰਾਗ ਆਰੰਭਤਾ ਕੀਤੀ ਆਪਾਂ ਤੇ ਸ੍ਰੀ ਰਾਗ ਦੇ ਅਰਥ ਕਰਦੇ ਹਾਂ, ਪ੍ਰੇਮ ਦੀ ਗੱਲ ਕਰਦੇ ਹਾਂ, ਜਿਹੜਾ ਸਾਡੇ ਅੰਦਰਲੀ ਕਾਲਖ ਨੂੰ ਖਤਮ ਕਰਦਾ ਹੈ। ਉਸੇ ਤਰ੍ਹਾਂ ਕਿਉਂਕਿ ਤਰਤੀਬ ਹੈ ਰਾਗਾਂ ਦੀ ਵੀ, ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਰੱਖੀ ਹੋਈ ਤਰਤੀਬ ਹੈ। ਸ੍ਰੀ ਰਾਗ ਤੋਂ ਬਾਅਦ ਵਿੱਚ ਮਾਝ ਰਾਗ ਦੀ ਵਰਤੋਂ ਕਰਨੀ, ਮਾਝ ਤੋਂ ਬਾਅਦ ਚ ਗੌੜੀ ਰਾਗ ਦੀ ਵਰਤੋਂ, ਇੱਕ ਤਰਤੀਬ ਹੈ ਗੁਰੂ ਸਾਹਿਬ ਜੀ ਨੇ ਬਣਾਈ। ਮਾਝ ਰਾਗ ਮਤਲਬ ਇਹ ਵੀ ਜਿਸ ਮਨੁੱਖ ਦੇ ਅੰਦਰੋਂ ਮੈਲ ਕਾਲਖ ਲੱਥ ਗਈ ਹੈ, ਸ੍ਰੀ ਰਾਗ ਪੜ੍ਹਿਆ, ਉਹਨੂੰ ਆਪਣੇ ਜੀਵਨ ਵਿੱਚ ਕਮਾਇਆ, ਕਮਾਉਣ ਤੋਂ ਬਾਅਦ ਵਿੱਚ ਜਿਹਦੇ ਅੰਦਰੋਂ ਮੈਲ ਲੱਥ ਗਈ, ਵਿਕਾਰਾਂ ਦੀ ਕਹਿ ਲਓ, ਭੈੜੀ ਮੱਤ ਦੀ ਕਹਿ ਲਓ, ਮਤਲਬ ਬੁੱਧੀ ਸਪਸ਼ਟ ਹੋ ਗਈ, ਸਾਫ਼ ਸੁਥਰੀ ਨਿਰਮਲ ਹੋ ਗਈ। ਹੁਣ ਉਹਦੇ ਔਰ ਪਰਮੇਸ਼ਵਰ ਦੇ ਵਿਚਾਲੇ ਜਿਹੜੀ ਬਾਤ ਹੈ ਪ੍ਰੇਮ ਦੀ, ਉਸ ਬਾਤ ਨੂੰ ਸਤਿਗੁਰੂ ਜੀ ਨੇ ਮਾਝ ਰਾਗ ਵਿੱਚ ਸਾਡੇ ਸਾਹਮਣੇ ਰੱਖਿਆ। ਮਾਝ ਦਾ ਮਤਲਬ ਵਿਚਾਲੇ, ਜੀਵ ਔਰ ਪਰਮੇਸ਼ਵਰ ਦੇ ਵਿਚਾਲੇ ਹੋਈ ਹੋਈ ਜਿਹੜੀ ਬਾਤਚੀਤ ਹੈ ਜਾਂ ਆਪਸ ਵਿੱਚ ਪ੍ਰੇਮ ਭਰੀ ਭਾਵਨਾ ਹੈ, ਪ੍ਰੇਮ ਭਰੀਆਂ ਬਾਤਾਂ ਨੇ ਜਿਹੜੀਆਂ, ਉਹਨਾਂ ਦਾ ਪ੍ਰਗਟਾਵਾ ਸਤਿਗੁਰੂ ਪਾਤਸ਼ਾਹ ਇਸ ਰਾਗ 'ਚ ਕਰ ਰਹੇ ਨੇ। ਖੈਰ, ਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਕਹਿੰਦੇ ਰਾਗ ਮਾਝ ਰਾਗ ਦਾ ਨਾਮ ਹੈ। ਚੌਪਦੇ, 4 ਪਦਿਆਂ ਦੇ ਪਾਵਨ ਸ਼ਬਦ ਤੋਂ ਇਸ ਰਾਗ ਦੀ ਸਤਿਗੁਰੂ ਜੀ ਆਰੰਭਤਾ ਕਰ ਰਹੇ। ਘਰ ਪਹਿਲਾ ਔਰ ਮਹਲਾ ਚੌਥਾ ਗੁਰੂ ਰਾਮਦਾਸ ਪਾਤਸ਼ਾਹ ਜੀ ਆਪ ਬਖਸ਼ਿਸ਼ ਕਰਦਿਆਂ ਹੋਇਆਂ ਸਾਡੀ ਝੋਲੀ ਦੇ ਵਿੱਚ ਇਹ ਰਾਗ ਦੀ ਦਾਤ ਪਾ ਰਹੇ ਨੇ। ਇੱਕ ਓੰਕਾਰ, ਉਹ ਪਰਮੇਸ਼ਵਰ ਇੱਕ ਹੈ, ਜਿਹੜਾ ਲਗਾਤਾਰ ਸਵਰ ਸਰੂਪ ਹੋ ਕੇ ਸਾਰਿਆਂ ਦੇ ਵਿੱਚ ਬੈਠਾ ਪੂਰਿਆ ਹੋਇਆ ਹੈ, ਕਿਸੇ ਦੇ ਵਿੱਚ ਨਾ ਵੱਧ ਤੇ ਨਾ ਘੱਟ, ਲਗਾਤਾਰ ਸਾਰਿਆਂ ਵਿੱਚ ਵਸ ਰਿਹਾ। ਸਤਨਾਮ, ਉਸ ਦਾ ਨਾਮ ਜਿਹੜਾ ਉਹ ਸਦੀਵ ਅਟਲ ਹੈ, ਸਦਾ ਥਿਰ ਰਹਿਣ ਵਾਲਾ ਹੈ। ਕਰਤਾ ਪੁਰਖ, ਸਭ ਕੁਝ ਕਰਕੇ ਉਹ ਕੀਤੇ ਹੋਏ ਵਿੱਚ ਵਸਿਆ ਹੋਇਆ, ਉਹਨੇ ਆਪਣਾ ਟਿਕਾਣਾ ਕੀਤਾ ਹੋਇਆ ਹੈ। ਨਿਰਭਉ, ਉਹਦੇ ਅੰਦਰ ਕੋਈ ਡਰ ਭਾਵਨਾ ਨਹੀਂ। ਨਿਰਵੈਰ, ਉਹਦੇ ਅੰਦਰ ਕੋਈ ਵੈਰ ਭਾਵਨਾ ਵੀ ਨਹੀਂ। ਅਕਾਲ ਮੂਰਤ, ਉਹਦੀ ਜਿਹੜੀ ਮੂਰਤ ਹੈ, ਉਹਦੀ ਜਿਹੜੀ ਹਸਤੀ ਹੈ, ਉਹ ਅਕਾਲ ਹੈ, ਸਮੇਂ ਤੋਂ ਰਹਿਤ ਹੈ। ਅਜੂਨੀ, ਉਹ ਜੂਨਾਂ ਵਿੱਚ ਆਉਣ ਵਾਲਾ ਨਹੀਂ, ਭਾਵ ਜੰਮਦਾ ਤੇ ਮਰਦਾ ਨਹੀਂ ਹੈ। ਸੈਭੰ, ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੈ, ਨਾ ਉਹਨੂੰ ਕਿਸੇ ਨੇ ਜਨਮ ਦਿੱਤਾ, ਨਾ ਉਹਨੂੰ ਕਿਸੇ ਨੇ ਪੈਦਾ ਕੀਤਾ, ਨਾ ਹੀ ਉਹਨੂੰ ਕਿਸੇ ਨੇ ਸਥਾਪਿਤ ਕੀਤਾ ਤੇ ਨਾ ਹੀ ਬਣਾਇਆ ਹੈ। ਗੁਰ ਪ੍ਰਸਾਦ, ਐਸਾ ਪਰਮੇਸ਼ਵਰ ਜਿਹੜਾ ਹੈ, ਇਹ ਗੁਰੂ ਦੀ ਕਿਰਪਾ ਦੇ ਸਦਕਾ, ਗੁਰੂ ਕੀ ਰਹਿਮਤ ਦੇ ਸਦਕਾ ਮਿਲਦਾ ਹੈ। ਖੈਰ, ਸਤਿਗੁਰੂ ਜੀ ਆਰੰਭਤਾ ਕਰਦੇ ਕਹਿੰਦੇ, ਹਰ ਹਰ ਨਾਮ ਮੈਂ ਹਰ ਮਨ ਭਾਇਆ। ਵੱਡ ਭਾਗੀ ਹਰ ਨਾਮ ਧਿਆਇਆ, ਗੁਰ ਪੂਰੈ ਹਰ ਨਾਮ ਸਿੱਧ ਪਾਈ। ਕੋ ਵਿਰਲਾ ਗੁਰਮਤਿ ਚੱਲੇ ਜੀਓ। ਗੁਰੂ ਦੀ ਮੱਤ ਲੈ ਕੇ ਚੱਲਣਾ, ਮਤਲਬ ਅਧਿਆਤਮਿਕ ਰਾਹ ਦੇ ਉੱਤੇ ਸਫਲਤਾ ਦੇ ਮਾਰਗ ਤੇ ਤੁਰਨਾ। ਮਾਰਗ ਉੱਤੇ ਹਰ ਕੋਈ ਚੱਲਦਾ ਹੈ, ਰਾਹ ਤੇ ਹਰ ਕੋਈ ਤੁਰਦਾ ਹੈ, ਪਰ ਕੀ ਜਿਸ ਰਸਤੇ ਉੱਤੇ ਉਹ ਤੁਰ ਰਿਹਾ ਹੈ, ਉਹ ਰਾਹ ਤੇ ਤੁਰਦਿਆਂ ਸਫਲਤਾ ਉਹਦੇ ਕੋਲ ਆਏਗੀ? ਤੁਰ ਤੇ ਹਰ ਕੋਈ ਰਿਹਾ,
ਕੋਈ ਵੀ ਮਨੁੱਖ, ਕੋਈ ਵੀ ਇਨਸਾਨ ਇਹ ਨਹੀਂ ਕਹਿ ਸਕਦਾ ਕਿ ਮੈਂ ਤੁਰ ਨਹੀਂ ਰਿਹਾ। ਤੁਰ ਰਿਹਾ ਹੈ। ਉਹਦੀ ਮਸ਼ੱਕਤ, ਉਹਦੀ ਮਿਹਨਤ, ਜਾਂ ਸਰੀਰਕ ਤੌਰ ਤੇ, ਸੰਸਾਰਕ ਤੌਰ ਉੱਤੇ ਮਾਰਗ ਤੇ ਤੁਰਨਾ, ਹਰ ਕੋਈ ਤੁਰ ਰਿਹਾ, ਚੱਲ ਰਿਹਾ। ਕੋਈ ਕਾਰ ਵਿਹਾਰ ਕਰਕੇ ਤੁਰ ਰਿਹਾ, ਕੋਈ ਕਿਸੇ ਤਰੀਕੇ ਤੁਰ, ਪਰ ਕੀ ਉਹ ਤੁਰਦਾ ਹੋਇਆ ਇਨਸਾਨ ਦਾਅਵੇ ਨਾਲ ਕਹਿ ਸਕਦੇ ਵੀ ਮੈਂ ਸਫਲਤਾ ਤੇ ਪਹੁੰਚਾਂਗਾ, ਵੀ ਜਾਂ ਸਫਲਤਾ ਮੈਨੂੰ ਮਿਲੇਗੀ? ਹੋ ਸਕਦਾ ਰਾਹ ਹੀ ਭਟਕ ਜਾਏ, ਤੁਰਿਆ ਜਾਂਦਾ ਹੈ, ਰਸਤਾ ਹੀ ਭਟਕ ਜਾਏ। ਇਹ ਵੀ ਹੋ ਸਕਦਾ ਹੈ, ਕਿਉਂਕਿ ਜਦੋਂ ਇਨਸਾਨ ਕਿਸੇ ਕਾਰ ਵਿਹਾਰ ਨੂੰ ਕਰਦਾ, ਮਤਲਬ ਕਾਰ ਵਿਹਾਰ ਦੇ ਮਾਰਗ ਤੇ ਵੀ ਚੱਲਦਾ ਹੈ ਨਾ, ਇੱਕ ਸ਼ੰਕਾ, ਇੱਕ ਡਾਊਟ ਆਪਣੇ ਅੰਦਰ ਲੈ ਕੇ ਤੁਰਦਾ ਹੈ, ਕੀ ਮੈਂ ਸਫਲ ਹੋਵਾਂਗਾ? ਇੱਕ ਸ਼ੰਕਾ ਲੈ ਕੇ ਤੁਰਿਆ। ਹੁਣ ਸਤਿਗੁਰੂ ਜੀ ਨੇ ਜਿਹੜਾ ਅੱਜ ਪ੍ਰਗਟਾਵਾ ਕੀਤਾ ਨਾ, ਮਾਲਕ ਜੀ ਕਹਿੰਦੇ ਕਿ ਜਿਹੜਾ ਜੀਵ ਗੁਰੂ ਦੀ ਮੱਤ ਲੈ ਕੇ ਤੁਰ ਪੈਂਦਾ ਹੈ, ਕੋਈ ਵਿਰਲਾ ਜਿਹੜਾ ਗੁਰੂ ਦੀ ਮੱਤ ਲੈ ਕੇ ਤੁਰ ਪਿਆ, ਗੁਰਮਤ ਤੇ ਚੱਲ ਪਿਆ। ਗੁਰੂ ਦੀ ਮੱਤ ਤੇ ਚੱਲਣ ਵਾਲੇ ਦੇ ਅੰਦਰ ਇੱਕ ਸੰਸਾ ਮੁੱਕ ਜਾਂਦਾ ਹੈ ਵੀ ਮੈਂ ਕਦੇ ਅਸਫਲ ਹੋਵਾਂਗਾ। ਜਦੋਂ ਗੁਰੂ ਦੀ ਮੱਤ ਲੈ ਕੇ ਤੁਰਿਆ, ਅੰਦਰ ਇੱਕ ਭਰੋਸਾ ਬੱਝਾ, ਇੱਕ ਵਿਸ਼ਵਾਸ ਬੱਝਾ, ਤੇ ਉਹ ਵਿਸ਼ਵਾਸ ਇਹ ਹੈ ਕਿ ਮੈਂ ਸਫਲਤਾ ਜ਼ਰੂਰ ਹਾਸਲ ਕਰਾਂਗਾ, ਅੱਜ ਨਹੀਂ ਤੇ ਭਾਵੇਂ ਕੱਲ ਮਿਲੇ, ਪਰ ਸਫਲਤਾ ਜ਼ਰੂਰ ਮਿਲੇਗੀ। ਗੁਰੂ ਦੀ ਮੱਤ ਤੇ ਚੱਲਣ ਲੱਗਿਆ ਇਨਸਾਨ ਆਪਣੀ ਮੱਤ ਨਹੀਂ ਵਰਤਦਾ। ਗੁਰੂ ਦੀ ਮੱਤ ਤੇ ਚੱਲਣ ਲੱਗਿਆ ਇਨਸਾਨ ਆਪਣੀ ਤਾਕਤ ਨਹੀਂ ਵਰਤਦਾ। ਗੁਰੂ ਦੀ ਮੱਤ ਤੇ ਚੱਲਣ ਲੱਗਿਆ ਇਨਸਾਨ ਆਪਣੀ ਸੋਚ ਲੈ ਕੇ ਨਹੀਂ ਚੱਲਦਾ। ਇਹ ਸਾਰਾ ਕੁਝ ਛੱਡਣਾ ਪੈਂਦਾ। ਜਿਨਨੇ ਆਪਣੀ ਮੱਤ, ਆਪਣੀ ਸੋਚ, ਆਪਣੀ ਤਾਕਤ ਨੂੰ ਤਿਆਗਿਆ ਹੈ, ਉਹੀ ਗੁਰੂ ਦੀ ਮੱਤ ਤੇ ਚੱਲੇਗਾ। ਜਿਹੜਾ ਆਪਣੀ ਮੱਤ ਰੱਖ ਰਿਹਾ, ਉਹ ਤੇ ਜਿੱਥੇ ਗੁਰੂ ਨੇ ਕਿਹਾ ਇਸ ਪਾਸੇ ਚੱਲ, ਉਹਨੇ ਆਪਣੀ ਮੱਤ ਅੱਗੇ ਰੱਖ ਲੈਣੀ ਵੀ ਇਧਰ ਚੱਲਾਂਗੇ ਨਾ। ਤੇ ਜੇ ਗੁਰੂ ਦੀ ਮੱਤ ਦੀ ਵਾਰੀ ਆਈ, ਗੁਰੂ ਨੇ ਕਹਿਣਾ ਵੀ ਆਪਣੀ ਤਾਕਤ ਛੱਡ ਕੇ ਤੁਰ, ਵੀ ਮੈਂ ਤੈਨੂੰ ਲੈ ਕੇ ਚੱਲ, ਨਹੀਂ ਮੈਂ ਤੁਹਾਡੇ ਤੋਂ ਵੀ ਗਾਂਹ ਲੰਘ ਜਾਣਾ। ਆਪਣੀ ਤਾਕਤ ਤੇ ਗੁਰੂ ਨੇ ਕਹਿਣਾ ਆਪਣੀ ਸੋਚ ਤਿਆਗ ਕੇ ਤੁਰ, ਤੇ ਮੈਂ ਕਹਿਣਾ ਵੀ ਨਹੀਂ ਮੈਂ ਸੋਚਾਂਗਾ ਫੇਰ ਤੁਰਾਂਗਾ। ਅਰੇ ਆਪਣੀ ਸੋਚ ਹੈ, ਜਿੰਨਾ ਚਿਰ ਤਿਆਗ ਨਹੀਂ ਦਿੰਦੇ, ਆਪਣੀ ਸੋਚ ਨੂੰ ਤਿਆਗ ਨਹੀਂ ਦਿੰਦੇ, ਆਪਣੀ ਮੱਤ ਦਾ ਤਿਆਗ ਨਹੀਂ ਕਰ ਦਿੰਦੇ, ਆਪਣੀ ਤਾਕਤ ਦਾ ਤਿਆਗ ਨਹੀਂ ਨਾ ਕਰ ਦਿੰਦੇ, ਉਹਨਾਂ ਚਿਰ ਗੁਰੂ ਦੀ ਮੱਤ ਤੇ ਤੁਰਿਆ ਨਹੀਂ ਜਾਣਾ। ਇਹੋ ਕਾਰਨ ਹੈ ਕਿ ਜਦੋਂ ਸਤਿਗੁਰੂ ਜੀ ਕੀ ਮੱਤ ਉੱਤੇ ਚੱਲਣ ਦੀ ਵਾਰੀ ਆਈ, ਤੇ ਮਾਲਕ ਜੀ ਨੇ ਸਭ ਤੋਂ ਪਹਿਲਾਂ ਜ਼ਿਕਰ ਕੀਤਾ, ਹਮ ਅੰਧੁਲੇ ਅੰਧ ਬਿਖੈ ਬਿਖ ਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਣ ਪਾਲੀ। ਗੁਰ ਸਿੱਖ ਮੀਤ ਚਲਹੁ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਹੁਣ ਗੁਰੂ ਨੇ ਜੋ ਕਹਿਣਾ ਉਹ ਮੈਂ ਭਲਾ ਕਰਕੇ ਤੇ ਤਾਂ ਜਾਣਾਂਗਾ ਨਾ ਜੇ ਮੈਂ ਆਪਣੀ ਮੱਤ ਛੱਡੀ ਹੋਏਗੀ। ਜੋ ਗੁਰੂ ਨੇ ਕਹਿਣਾ ਉਹਨੂੰ ਮੈਂ ਭਲਾ ਕਰਕੇ ਤਾਂ ਜਾਣਾਂਗਾ ਜੇ ਮੈਂ ਆਪਣੀ ਸੋਚ ਤਿਆਗੀ ਹੋਏਗੀ, ਨਹੀਂ ਤੇ ਮੈਂ ਤੇ ਆਪਣੀ ਸੋਚ ਦੇ ਘੋੜੇ ਭਜਾਈ ਜਾਣੇ। ਵੀ ਇਹ ਕਿਵੇਂ ਹੋ ਸਕਦਾ? ਗੁਰੂ ਨੇ ਕਹਿਣਾ ਇਸ ਤਰ੍ਹਾਂ ਚੱਲ, ਮੈਂ ਕਹਿਣਾ ਕਿਵੇਂ ਹੋ ਸਕਦਾ? ਵੀ ਨਹੀਂ, ਏਦਾਂ ਨਹੀਂ ਜੀ ਹੋ ਸਕਦਾ। ਹੁਣ ਸਾਹਿਬ ਨੇ ਆਖਿਆ, ਕਹਿੰਦੇ ਗੁਰੂ ਦੀ ਮੱਤ ਲੈ ਕੇ ਕੋਈ ਵਿਰਲਾ ਚੱਲਦਾ ਹੈ, ਤੇ ਜਿਹੜਾ ਗੁਰੂ ਦੀ ਮੱਤ ਲੈ ਕੇ ਚੱਲਦਾ ਸਫਲਤਾ ਉਹਨੂੰ ਜ਼ਰੂਰ ਮਿਲਦੀ ਹੈ। ਹੁਣ ਖਿਆਲ ਰੱਖੋ, ਗੁਰੂ ਦੀ ਮੱਤ ਨੇ ਸਾਨੂੰ ਪਰਮੇਸ਼ਵਰ ਨਾਲ ਜੋੜਨਾ ਹੈ। ਗੁਰੂ ਦੀ ਮੱਤ ਨੇ ਸਾਨੂੰ ਰੱਬ ਧਿਆਉਣ ਵਾਸਤੇ ਆਖਣਾ, ਰੱਬ ਦੀ ਬੰਦਗੀ ਵਾਸਤੇ। ਗੁਰੂ ਦੀ ਮੱਤ ਸਾਨੂੰ ਉਸ ਮਾਰਗ ਤੇ ਲੈ ਕੇ ਜਾਏਗੀ ਜਿਹੜਾ ਮਾਰਗ ਪਰਮੇਸ਼ਵਰ ਦੇ ਘਰ ਵੱਲ ਨੂੰ ਜਾਂਦਾ ਹੈ।
ਅਧਿਆਤਮ ਰਸਤਾ ਜਿਹਨੂੰ ਅਸੀਂ ਕਹਿ ਸਕਦੇ ਹਾਂ, ਅਧਿਆਤਮ ਦਾ ਮਾਰਗ ਜਿਹਨੂੰ ਕਹਿ ਸਕਦੇ ਹਾਂ, ਜਾਂ ਨਿਰੰਕਾਰ ਤੱਕ ਦਾ ਸਫ਼ਰ। ਸੰਸਾਰ ਵਿੱਚ ਹਾਂ, ਸੰਸਾਰੀ ਬਣ ਕੇ ਜਿਉ ਰਹੇ ਹਾਂ, ਪਰ ਸੰਸਾਰੀ ਬਣ ਕੇ ਜਿਉ ਲੈਣਾ ਕਾਫੀ ਨਹੀਂ। ਸੰਸਾਰ ਵਿੱਚ ਰਹਿੰਦੇ ਆ, ਜਿੱਥੇ ਸੰਸਾਰੀ ਬਣ ਕੇ ਜਿਉਣਾ ਹੈ, ਉੱਥੇ ਸੰਸਾਰ 'ਚ ਰਹਿੰਦਿਆਂ ਸਫ਼ਰ ਨਿਰੰਕਾਰ ਤੱਕ ਦਾ ਤੈਅ ਕਰਨਾ ਹੈ। ਫਿਰ ਸੰਸਾਰੀ ਤੋਂ ਨਿਰੰਕਾਰੀ ਬਣ ਜਾਣਾ ਸਾਡੀ ਸਫਲਤਾ ਹੈ। ਸੰਸਾਰੀ ਤੇ ਹਰ ਕੋਈ ਹੈ, ਪਰ ਨਿਰੰਕਾਰੀ ਕੋਈ ਕੋਈ ਹੈ। ਨਿਰੰਕਾਰੀ ਮਤਲਬ ਨਿਰੰਕਾਰ ਨੂੰ ਮੰਨਣ ਵਾਲਾ, ਅਕਾਲ ਪੁਰਖ ਪਰਮੇਸ਼ਵਰ ਨੂੰ ਮੰਨਣ ਵਾਲਾ। ਸੰਸਾਰ ਦੇ ਵਿੱਚ ਹਰ ਕੋਈ ਰਹਿ ਰਿਹਾ ਸੰਸਾਰੀ ਬਣ ਕੇ, ਸੰਸਾਰੀ ਵਿਚਾਰਾਂ, ਸੰਸਾਰੀ ਖਿਆਲ, ਸੰਸਾਰ ਦੇ ਆਧਾਰ ਉੱਤੇ ਜਿਉਣਾ, ਇਹ ਤੇ ਹਰ ਕੋਈ ਕਰ ਰਿਹਾ। ਪਰ ਇਸ ਸੰਸਾਰ ਵਿੱਚ ਰਹਿੰਦਿਆਂ ਨਿਰੰਕਾਰ ਦੀ ਵਿਚਾਰਧਾਰਾ ਨੂੰ ਅਪਣਾ ਕੇ, ਨਿਰੰਕਾਰ ਦੀ ਵਿਚਾਰਧਾਰਾ ਦੇ ਧਾਰਨੀ ਬਣ ਕੇ ਨਿਰੰਕਾਰ ਨਾਲ ਆਪਣਾ ਸੁਮੇਲ ਕਰਨਾ, ਇਹ ਜੀ ਸੰਸਾਰ ਦੇ ਵਿੱਚ ਰਹਿੰਦਿਆਂ ਨਿਰੰਕਾਰੀ ਬਣ ਕੇ ਤੇ ਆਪਣੀ ਸਫਲਤਾ ਹਾਸਲ ਕਰਨੀ। ਪਰਮੇਸ਼ਵਰ ਵਾਲੇ ਬਣ ਕੇ ਆਪਣੀ ਸਫਲਤਾ ਹਾਸਲ ਕਰਨੀ। ਹੁਣ ਸਾਹਿਬ ਜੀ ਨੇ ਜਿਹੜੀ ਗੁਰੂ ਦੀ ਮੱਤ ਦਾ ਪ੍ਰਗਟਾਵਾ ਕੀਤਾ, ਗੁਰੂ ਦੀ ਮੱਤ ਸਾਨੂੰ ਨਿਰੰਕਾਰ ਤੱਕ ਲੈ ਕੇ ਜਾਂਦੀ ਹੈ। ਇਹਨੇ ਸਾਨੂੰ ਨਿਰੰਕਾਰ ਦੇ ਨਾਲ ਮਿਲਾਪ ਕਰਾਉਣਾ ਹੈ, ਨਿਰੰਕਾਰ ਵਾਲੇ ਬਣਾਉਣਾ ਹੈ। ਮਾਲਕ ਜੀ ਕਹਿੰਦੇ ਗੁਰ ਪੂਰੇ ਹਰ ਨਾਮ ਸਿੱਧ ਪਾਈ। ਗੁਰੂ ਪੂਰੇ ਦੇ ਸਦਕਾ ਕੀ ਮਿਲਿਆ? ਹਰ ਨਾਮ ਸਿੱਧ। ਹਰੀ ਨਾਮ ਦੇ ਜਪਣ ਦੀ ਵਾਸਤੇ, ਹਰੀ ਨਾਮ ਨੂੰ ਆਰਾਧਨ ਦੇ ਵਾਸਤੇ ਕੀ ਮਿਲਿਆ? ਸਫਲਤਾ, ਸੰਪੂਰਨਤਾ। ਗੁਰੂ ਨੇ ਰਹਿਮਤ ਕੀਤੀ। ਤੇ ਜਿਸ ਦਿਨ ਦੀ ਗੁਰੂ ਨੇ ਬਖਸ਼ਿਸ਼ ਕਰਕੇ ਆਪਣੀ ਮੱਤ ਦਿੱਤੀ ਹੈ, ਉਦਣ ਦਾ ਮੈਨੂੰ ਅਧਿਆਤਮ ਦੇ ਮਾਰਗ ਤੇ ਚੱਲਣਾ ਸੌਖਾ ਹੋ ਗਿਆ। ਉਸ ਦਿਨ ਦਾ ਰੱਬ ਜੀ ਨੂੰ ਆਰਾਧਨਾ ਸੌਖਾ, ਕਿਉਂਕਿ ਸਾਡੀ ਜਿਹੜੀ ਮੱਤ ਹੈ ਨਾ, ਖਿਆਲ ਰੱਖਿਓ, ਅਸੀਂ ਰੱਬ ਨੂੰ ਆਰਾਧਨਾ ਸਿਰਫ ਇੱਕ ਪੱਖ ਤੋਂ ਹੀ ਵੇਖਿਆ ਵੀ ਚੌਂਕੜਾ ਮਾਰ ਕੇ ਬਹਿ ਜਾਣਾ ਤੇ ਬੈਠ ਕੇ ਰੱਬ ਰੱਬ ਕਰੀ ਜਾਣਾ। ਅਸੀਂ ਸਿਰਫ ਇਹਨੂੰ ਕਹਿੰਦੇ ਰੱਬ ਦੀ ਆਰਾਧਨਾ। ਇੱਕ ਪੱਖ ਹੈ, ਇਹ ਰੱਬ ਦੀ ਆਰਾਧਨਾ ਦਾ ਇੱਕ ਹਿੱਸਾ ਹੈ ਵੀ ਜਦੋਂ ਸਮਾਂ ਮਿਲਿਆ, ਜਦੋਂ ਸਬੱਬ ਮਿਲਿਆ ਤੇ ਅਸੀਂ ਆਪਣੇ ਸਰੀਰ ਨੂੰ, ਆਪਣੀ ਦੇਹੀ ਨੂੰ ਟਿਕਾ ਕੇ ਤੇ ਇਕਾਗਰ ਚਿੱਤ ਹੋ ਕੇ ਰੱਬ ਜੀ ਨੂੰ ਜਪਣ ਦੀ ਕੋਸ਼ਿਸ਼ ਕੀਤੀ, ਯਤਨ ਕੀਤਾ। ਇੱਕ ਪੱਖ ਹੈ, ਮੈਂ ਨਹੀਂ ਕਹਿੰਦਾ ਵੀ ਗਲਤ ਹੈ, ਇੱਕ ਹਿੱਸਾ ਇਹ ਵੀ ਹੈ। ਪਰ ਕੇਵਲ ਚੌਂਕੜਾ ਮਾਰ ਕੇ ਤੇ ਅੱਖਾਂ ਮੀਚ ਲੈਣੀਆਂ, ਅੱਖਾਂ ਮੀਚ ਕੇ ਤੇ ਆਪਣੇ ਆਪ ਨੂੰ ਇਹ ਆਖੀ ਜਾਣਾ ਵੀ ਮੈਂ ਤੇ ਰੱਬ ਦੀ ਆਰਾਧਨਾ ਕਰਦਾ ਤੇ ਇਹੋ ਰੱਬ ਦੀ ਆਰਾਧਨਾ ਹੈ। ਫਿਰ ਭਾਈ ਗੁਰਦਾਸ ਜੀ ਨੂੰ ਪੜੋ, ਉਹ ਦੱਸਦੇ, ਕਹਿੰਦੇ ਗਾਏ ਸੁਣੇ ਆਂਖੇ ਮੀਚੈ। ਗਾ ਲੈਣਾ, ਸੁਣ ਲੈਣਾ, ਅੱਖਾਂ ਮੀਚ ਲੈਣੀਆਂ। ਪਾਈਐ ਨਾ ਪਰਮ ਪਦ, ਏਦਾਂ ਉੱਚੀ ਅਵਸਥਾ ਨਹੀਂ ਮਿਲਦੀ। ਤੇ ਉੱਚੀ ਅਵਸਥਾ ਲੈਣ ਵਾਸਤੇ ਕੀ ਕਰਨਾ ਪੈਂਦਾ? ਗੁਰ ਉਪਦੇਸ਼ ਗਹਿ। ਗੁਰੂ ਦੇ ਉਪਦੇਸ਼ ਨੂੰ ਪਕੜ ਕੇ ਜੋ ਲਓ ਨਾ ਕਮਾਈਐ। ਜਿੰਨਾ ਚਿਰ ਅਸੀਂ ਗੁਰੂ ਕਾ ਉਪਦੇਸ਼ ਸੁਣ ਕੇ ਆਪਣੇ ਜੀਵਨ ਵਿੱਚ ਕਮਾ ਨਹੀਂ ਲੈਂਦੇ, ਉਹਨਾਂ ਚਿਰ ਗਾਉਣ ਨਾਲ, ਸੁਣਨ ਨਾਲ, ਅੱਖਾਂ ਮੀਚ ਕੇ ਬਹਿ ਜਾਣ ਨਾਲ ਕਦੇ ਉੱਚੀ ਅਵਸਥਾ ਨਹੀਂ ਮਿਲਦੀ। ਹੁਣ ਉੱਚੀ ਅਵਸਥਾ ਕਿੱਥੇ? ਗੁਰੂ ਉਪਦੇਸ਼ ਕਮਾਉਣ ਵਿੱਚ। ਤੇ ਮੇਰੇ ਗੁਰੂ ਨੇ ਉਪਦੇਸ਼ ਦਿੱਤਾ ਕਿ ਤੂੰ ਕਿਰਤ ਵਿਰਤ ਕਰ, ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ। ਮੇਰਾ ਗੁਰੂ ਉਪਦੇਸ਼ ਦੇ ਰਿਹਾ, ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਇੱਕ ਕਦਮ ਬਣ ਗਿਆ ਨਾ। ਗੁਰੂ ਦੀ ਮੱਤ ਕਹਿੰਦੀ ਕਿਰਤ ਕਰ, ਤੇ ਜੇ ਮੈਂ ਕਿਰਤ ਕਰਾਂਗਾ ਹੀ ਨਾ, ਮਖੱਟੂ ਹੋ ਕੇ ਬੈਠਾ ਰਵਾਂ, ਤੇ ਕੀ ਰੱਬ ਦੇ ਰਾਹ ਤੁਰ ਪਾਂਗਾ? ਜਦੋਂ ਪਹਿਲੀ ਕੰਡੀਸ਼ਨ ਤੇ ਹੀ ਮੈਂ ਖਰਾ ਨਹੀਂ ਉਤਰਿਆ, ਬਾਪੂ ਜੀ ਨੇ ਆਖਿਆ ਕਿ ਨੇ ਮਖੱਟੂ ਹੋਏ ਕੈ ਕੰਨ ਪੜਾਏ, ਫਕਰ ਕਰੈ ਹੋਰ ਜਾਤ ਗਵਾਏ, ਗੁਰ ਪੀਰ ਸਦਾਏ ਮੰਗਣ ਜਾਏ, ਤਾਂ ਕੈ ਮੂਲ ਨਾ ਲੱਗੀਐ ਪਾਏ। ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਪਹਿਲੀ ਕੰਡੀਸ਼ਨ ਹੱਥੋਂ ਕਿਰਤ ਕਰਨੀ। ਤੇ ਜੇ ਮੈਂ ਉਹੀ ਛੱਡ ਕੇ ਬਹਿ ਜਾਂ ਜੀ ਨਹੀਂ ਮੈਂ ਤੇ ਨਾਮ ਜਪਣਾ, ਦੱਸੋ ਰੱਬ ਦੇ ਰਾਹ ਤੇ ਤੁਰ ਪਾਂਗੇ? ਕੀ ਬਾਬਾ ਕਬੀਰ ਸਾਹਿਬ ਨੇ ਕਿਰਤ ਤਿਆਗੀ? ਆਪਾਂ
ਕੱਲ ਭਗਤ ਧੰਨਾ ਜੀ ਦਾ ਜਨਮ ਦਿਹਾੜਾ, ਪ੍ਰਕਾਸ਼ ਦਿਹਾੜਾ ਮਨਾਇਆ, ਬੜੀ ਸ਼ਰਧਾ ਨਾਲ, ਪ੍ਰੇਮ ਨਾਲ ਸੰਗਤਾਂ ਨੇ ਮਨਾਇਆ। ਉਹਨਾਂ ਦਾ ਜੀਵਨ ਪੜ੍ਹ ਲਓ ਕਿ ਉਹ ਮਖੱਟੂ ਹੋ ਕੇ ਬਹਿ ਗਏ, ਕੀ ਉਹਨਾਂ ਕਿਰਸਾਨੀ ਕਰਨੀ ਛੱਡਤੀ, ਜਾਂ ਉਹਨਾਂ ਨੇ ਆਪਣੇ ਘਰ ਵਿੱਚ ਰੱਖੇ ਪਸ਼ੂ ਡੰਗਰ ਸੰਭਾਲਣੇ ਛੱਡਤੇ, ਜਾਂ ਉਹਨਾਂ ਨੇ ਆਪਣੇ ਹੱਥੀਂ ਕਿਰਤ ਕਰਨੀ ਛੱਡਤੀ। ਕਿਹੜਾ ਕਰਮ ਤਿਆਗਿਆ ਉਹਨਾਂ ਨੇ? ਸਾਰਾ ਕੁਝ ਕਰ ਰਹੇ। ਪਹਿਲੀ ਕੰਡੀਸ਼ਨ। ਫਿਰ ਗੁਰੂ ਸਾਹਿਬ ਮੱਤ ਦੇ ਰਹੇ ਕਿ ਜਿੱਥੇ ਤੂੰ ਕਿਰਤ ਕਰਨੀ ਹੈ ਉੱਥੇ ਖਿਆਲ ਰੱਖੀ, ਉਹ ਕਿਰਤ ਕਰਦਿਆਂ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ। ਤੇ ਹੁਣ ਮੈਂ ਕਹਾਂ ਜੀ ਮੈਂ ਤੇ ਮਿਹਨਤ ਕੀਤੀ, ਅਗਲੇ ਦਾ ਵੀ ਖੋ ਕੇ ਲੈ ਜਾ। ਕਈ ਇਹਨੂੰ ਹੀ ਮਿਹਨਤ ਕਹੀ ਜਾਂਦੇ ਨੇ, ਕਿਸੇ ਦੇ ਕਰਮ ਕਰਦੇ ਆ ਉਹਦੇ ਕੋਲੋਂ ਖੋ ਕੇ ਲੈ ਆਉਣਾ। ਲੈ ਮੈਂ ਤੇ ਮਿਹਨਤ ਕਰਕੇ ਲਿਆਇਆ। ਮਿਹਨਤ ਕੀਤੀ ਕਿਹੜੇ ਪਾਸੇ? ਇਹ ਵੀ ਤੇ ਵੇਖੀਏ ਨਾ ਵੀ ਤੂੰ ਕਿਰਤ ਕਰ ਰਿਹਾ, ਤੇਰੇ ਹੱਕ ਦੀ ਕਮਾਈ ਤੈਨੂੰ ਮਿਲੀ, ਮੁਬਾਰਕਬਾਦ ਹੈ, ਉਹ ਪ੍ਰਵਾਣੀ ਜਾਏਗੀ। ਕੋਈ ਦੂਜਾ ਬੰਦਾ ਸਾਰਾ ਦਿਨ ਹੱਡ ਭੰਨ ਕੇ ਖੂਨ ਪਸੀਨੇ ਦੀ ਕਮਾਈ ਕਰਦਾ ਤੇ ਤੂੰ ਸ਼ਾਮਾਂ ਨੂੰ ਉਹਦੇ ਕੋਲੋਂ ਖੋ ਕੇ ਲੈ ਆਵੇਂ ਤੇ ਤੂੰ ਆਖੇ ਮੈਂ ਵੀ ਬੜੀ ਮਿਹਨਤ ਕੀਤੀ, ਬੜਾ ਭੱਜ ਭੱਜ ਕੇ ਆਇਆ, ਇਹ ਕਮਾਈ ਹੁਣ ਮੇਰੀ ਹੈ, ਤੇ ਕੀ ਪ੍ਰਵਾਣੀ ਜਾਏਗੀ? ਫਿਰ ਗੁਰੂ ਦੀ ਮੱਤ ਦੇ ਧਾਰਨੀ ਅਸੀਂ ਕੀ ਬਣੇ? ਹੱਥੀਂ ਕਿਰਤ ਕਰਨੀ, ਦਸਾਂ ਨੌਵਾਂ ਦੀ ਕਰਨੀ, ਇਹ ਕੰਡੀਸ਼ਨ। ਫਿਰ ਅਸੀਂ ਅਧਿਆਤਮ ਦੇ ਰਾਹ ਤੇ ਤੁਰਦੇ ਜਦੋਂ ਗੁਰੂ ਦੀ ਮੱਤ ਲੈ ਕੇ ਚੱਲਦੇ। ਦੂਜੇ ਨੰਬਰ ਉੱਤੇ ਪਰਮੇਸ਼ਵਰ ਜੀ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ, ਉਹਦੇ ਹੁਕਮ ਵਿੱਚ ਰਾਜ਼ੀ ਰਹਿਣਾ। ਹੁਣ ਮੈਂ ਨਾਮ ਤੇ ਉਹਦਾ ਜਪੀ ਜਾਣਾ, ਬੈਠਾ ਅਰਾਧੀ ਵੀ ਜਾਣਾ, ਅੱਖਾਂ ਵੀ ਮੀਚ ਕੇ ਸਾਰਾ ਦਿਨ 108 ਮਣਕਿਆਂ ਵਾਲੀ ਮਾਲਾ ਵੀ ਫੇਰ ਲੈਣਾ, ਤੇ ਜਦੋਂ ਰੱਬ ਕਵੇ ਵੀ ਹੁਣ ਮੇਰੀ ਰਜ਼ਾ 'ਚ ਰਹਿ ਰਾਜੀ, ਤੇ ਮੈਂ ਹੱਥ ਜੋੜ ਕੇ ਜਾਵਾਂ, ਉੱਠ ਵੀ ਆ ਪਈ ਤੇਰੀ ਮਾਲਾ, ਅੱਜ ਤੋਂ ਬਾਅਦ 'ਚ ਨਾ ਆਖੀ ਮੈਨੂੰ ਬੰਦਗੀ ਕਰਨ ਵਾਸਤੇ। ਆਪਾਂ ਨਹੀਂ ਕਰਦੇ। ਨਾ ਆਪਾਂ ਤੁਹਾਡਾ ਹੁਕਮ ਮੰਨੀਏ ਤੇ ਨਾ ਆਪਾਂ ਤੁਹਾਡੀ ਕਰੀਏ ਬੰਦਗੀ, ਤੇ ਕੀ ਅਧਿਆਤਮ ਦੇ ਰਾਹ ਤੇ ਤੁਰਾਂਗੇ? 108 ਮਣਕਿਆਂ ਵਾਲੀ ਮਾਲਾ ਛੱਡ ਕੇ ਭਾਵੇਂ ਅਸੀਂ ਜਿੰਨੀ ਮਰਜ਼ੀ ਵੱਡੀ ਮਾਲਾ ਕਿਉਂ ਨਾ ਫੜ ਲਈਏ, ਪਰ ਜਿੰਨਾ ਚਿਰ ਹੁਕਮ ਦੇ ਵਿੱਚ ਰਾਜ਼ੀ ਰਹਿਣਾ ਨਹੀਂ ਆਇਆ, ਉੱਥੇ ਮਾਲਾ ਕੀ ਕਰੇਗੀ? ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਵੀ ਤੇ ਉਹਦੀ ਬੰਦਗੀ ਹੈ ਨਾ। ਅਸੀਂ ਜਿਵੇਂ ਅਕਸਰ ਆਪ ਜੀ ਅੱਗੇ ਅਰਜ਼ੋਈ ਕਰੀ ਦੀ ਵੀ ਇੱਕ ਬੱਚਾ, ਇੱਕ ਪੁੱਤਰ ਜਾਂ ਧੀ ਘਰੇ ਬੈਠੀ ਆਪਣੇ ਮਾਂ ਨੂੰ, ਆਪਣੇ ਬਾਪੂ ਨੂੰ ਰੋਜ਼ ਚੇਤੇ ਕਰਦੀ, ਬੰਦਗੀ ਸਿਮਰਨ ਕਰਦੀ ਉਹਨਾਂ ਦਾ, ਰੋਜ਼ ਨਾਮ ਲੈ ਲੈ ਕੇ, ਤੇ ਅੱਗੋਂ ਮਾਂ ਆ ਕੇ ਕਵੇ ਵੀ ਧੀਏ ਬੜਾ ਤੂੰ ਮੇਰਾ ਨਾਮ ਜਪਨੀ, ਉਹ ਵੀ ਜੀ ਤੁਹਾਡੇ ਨਾਲ ਪ੍ਰੇਮ ਬੜਾ ਮੇਰਾ। ਮਾਂ ਨੂੰ ਹੁਣ ਧੀ ਨੇ ਇਹੀ ਕਹਿਣਾ ਵੀ ਤੁਹਾਡੇ ਨਾਲ ਪ੍ਰੇਮ ਬੜਾ ਹੈ ਜੀ, ਇਸ ਕਰਕੇ ਮੈਂ ਤੁਹਾਡਾ ਨਾਮ ਜਪਦੀ ਹਾਂ, ਸਵਾਸ ਸਵਾਸ ਚੇਤੇ ਕਰਦੀ। ਉਹ ਆਖੇ ਵੀ ਧੀਏ ਇਉਂ ਕਰ ਜਾ ਰਸੋਈ 'ਚ, ਹੁਣ ਸਬਜ਼ੀ ਲਿਆ ਆਪਾਂ ਸਬਜ਼ੀ ਕੱਟੇ, ਉਹ ਆਖੇ ਵੀ ਨਾ, ਵੀ ਅੱਧਾ ਘੰਟਾ ਬਹਿ ਕੇ ਮੈਂ ਇੱਥੇ ਤੁਹਾਡਾ ਨਾਮ ਹੋਰ ਜਪ ਲਾਂਗੀ, ਸਬਜ਼ੀ ਆਪੇ ਚੁੱਕ ਲਿਆਓ, ਆਪੇ ਕੱਟੋ ਤੇ ਆਪੇ ਲਓ ਬਣਾ, ਆਪਣੇ ਵੱਸ ਦੀ ਖੇਡ ਨਹੀਂ। ਦੱਸੋ ਮਾਂ ਪ੍ਰਸੰਨ ਹੋ ਜਾਏਗੀ? ਉਹਨੇ ਕਹਿਣਾ ਵੀ ਧੀਏ ਛੱਡ, ਤੂੰ ਨਾਮ ਜਪ, ਮੇਰਾ ਨਾਮ ਜਪ ਜਪ ਕੇ ਕੀ ਲੈਣਾ, ਤੂੰ ਜਿਹੜਾ ਕੰਮ ਤੈਨੂੰ ਕਿਹਾ ਉਹ ਕਰ। ਕਿੰਨਾ ਖੁਸ਼ ਹੋਵੇ। ਹੁਣ ਇਹ ਦੱਸੋ ਵੀ ਮਾਂ ਨਾਮ ਜਪਦੀ ਵੇਖ ਕੇ ਪ੍ਰਸੰਨ ਹੈ ਜਾਂ ਮਾਂ ਉਹਨੂੰ ਕਾਰ ਵਿਹਾਰ ਕਰਦੀ ਵੇਖ ਕੇ ਪ੍ਰਸੰਨ? ਸੁਭਾਵਿਕ ਜਿਹੀ ਗੱਲ ਹੈ ਵੀ ਮਾਂ ਉਹਨੂੰ ਕਾਰ ਵਿਹਾਰ ਕਰਦੀ ਵੇਖ ਕੇ ਪ੍ਰਸੰਨ ਹੈ ਵੀ ਮੇਰੀ ਧੀ ਮੇਰੇ ਹੁਕਮ ਅਨੁਸਾਰ ਹੀ ਚੱਲ ਰਹੀ ਹੈ। ਨਾਮ ਭਾਵੇਂ ਉਹ ਇੱਕ ਵਾਰੀ ਵੀ ਨਾ ਜਪਦੀ ਹੋਵੇ, ਉਹਨੇ ਇੱਕ ਵਾਰੀ ਵੀ ਨਾ ਕਿਹਾ ਹੋਵੇ ਵੀ ਮੇਰੀ ਮਾਂ ਦਾ ਨਾਮ ਲੈ ਕੇ ਵੀ ਧੰਨ ਹੈ ਮੇਰੀ ਮਾਤਾ, ਉਹ ਕਾਰ ਵਿਹਾਰ ਕਰ, ਮਾਂ ਬੜੀ ਪ੍ਰਸੰਨ ਹੈ ਉਹਦੇ ਤੇ। ਤੇ ਜੇ ਇਸ ਤਰੀਕੇ ਸੰਸਾਰਕ ਤੌਰ ਉੱਤੇ ਸੰਸਾਰਕ ਰਿਸ਼ਤੇ ਤੇ ਨਾਤੇ ਹੁਕਮ ਮੰਨਿਆ ਰਾਜੀ ਨੇ, ਤੇ ਰੱਬ ਕਿਵੇਂ ਰਾਜੀ ਹੋਏਗਾ? ਰੱਬ ਵੀ ਤੇ ਇਸੇ ਤਰ੍ਹਾਂ ਹੀ ਰਾਜੀ ਹੋਏਗਾ ਨਾ। ਮੈਂ ਰੱਬ ਜੀ ਨੂੰ ਰੋਜ਼ ਚੇਤੇ ਕਰਾਂ 24 ਘੰਟੇ ਸਵਾਸ ਸਵਾਸ, ਰੱਬ ਕਵੇ ਵੀ ਸੱਜਣਾ ਅੱਜ ਮੈਂ ਤੇਰੇ ਉੱਤੇ ਗਰੀਬੀ ਲੈ ਕੇ ਆਉਣੀ, ਤੇ ਮੈਂ ਪਾ ਲਾਂ ਰੌਲਾ,
ਵੀ ਨਹੀਂ ਰੱਬਾ ਆਹ ਹਾਲਾਤ ਨਾ ਵਿਖਾਈ, ਆਹ ਸਮਾਂ ਮੈਂ ਨਹੀਂ ਵੇਖਣਾ। ਤੇ ਉੱਥੇ ਹੁਣ ਦੱਸੋ ਰੱਬ ਦੀ ਰਜ਼ਾ 'ਚ ਕੌਣ ਰਾਜੀ? ਚਾਹੀਦਾ ਤੇ ਇਹ ਸੀ ਕਿ ਦੇਖੋ ਨਾ, ਜਿਨ੍ਹਾਂ ਨੇ ਰਜ਼ਾ ਵਿੱਚ ਰਹਿਣਾ ਰਹੇ ਜਿਹੜੇ, ਉਹਨਾਂ ਤੇ ਇਹ ਕਿਹਾ ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ, ਆਹ ਰਜ਼ਾ ਵਿੱਚ ਰਾਜੀ ਰਹਿਣਾ। ਤੇ ਸੁੱਖ ਆਵੇ ਮੈਂ ਆਖਾਂ ਰੱਬਾ ਧੰਨਾ ਮੈਂ, ਜਿੰਨੇ ਕਰਮ ਇੰਨੇ ਸੋਹਣੇ ਕੀਤੇ ਮੈਨੂੰ ਸੁੱਖ ਮਿਲਿਆ। ਤੇ ਦੁੱਖ ਆਏ ਤੇ ਮੈਂ ਆਖਾਂ ਰੱਬਾ ਤੂੰ ਚੰਗਾ ਕੋਈ ਨਹੀਂ ਕੀਤਾ। ਕਾਹਦਾ ਰੱਬ ਜੀ ਦਾ ਨਾਮ ਜਪਿਆ ਤੇ ਕੀ ਅਰਾਧਿਆ? ਗੁਰੂ ਦੀ ਮੱਤ ਨੇ ਇਸੇ ਚੀਜ਼ਾਂ ਦਾ ਪ੍ਰਗਟਾਵਾ ਕਰਨਾ। ਤੇ ਫਿਰ ਸਾਨੂੰ ਉਸ ਨੇ, ਗੁਰੂ ਦੀ ਮੱਤ ਨੇ ਅਧਿਆਤਮ ਦੇ ਮਾਰਗ ਉੱਤੇ, ਅਧਿਆਤਮ ਦੇ ਰਾਹ ਉੱਤੇ ਚਲਾਉਣਾ। ਤੇ ਬਾਪੂ ਜੀ ਕਹਿੰਦੇ ਜਦੋਂ ਗੁਰੂ ਦੀ ਮੱਤ ਲੈ ਕੇ ਮੈਂ ਅਧਿਆਤਮ ਦੇ ਰਾਹ ਤੇ ਤੁਰਿਆ ਤੇ ਉਸ ਰਸਤੇ ਤੇ ਤੁਰਿਆ ਮੈਨੂੰ ਸਫਲਤਾ ਮਿਲੀ। ਕਿਹਦੇ ਵਿੱਚ? ਅਕਾਲ ਪੁਰਖ ਪਰਮੇਸ਼ਵਰ ਦੀ ਆਰਾਧਨਾ ਵਿੱਚ। ਮੈਨੂੰ ਸਮਝ ਲੱਗੀ ਆਰਾਧਨਾ ਕੇਵਲ ਜ਼ੁਬਾਨ ਨਾਲ ਜਪ ਲੈਣਾ ਨਹੀਂ ਹੈ, ਆਰਾਧਨਾ ਆਪਣੇ ਜੀਵਨ ਦੇ ਅੰਦਰ ਉਹਦੀ ਰਜ਼ਾ ਵਿੱਚ ਰਾਜੀ ਰਹਿਣਾ ਵੀ ਹੈ। ਆਰਾਧਨਾ ਉਹਦੇ ਹੁਕਮ ਅਨੁਸਾਰੀ ਚੱਲਣਾ ਵੀ ਹੈ। ਉਹਦੇ ਕੀਤੇ ਹੋਏ ਹਰ ਕਰਮ ਨੂੰ ਸਿਰ ਮੱਥੇ ਕਰਕੇ ਮੰਨ ਲੈਣਾ ਵੀ ਆਰਾਧਨਾ ਹੈ। ਕੇਵਲ ਜ਼ੁਬਾਨ ਨਾਲ ਜਪ ਲੈਣਾ ਆਰਾਧਨਾ ਦਾ ਇੱਕ ਪੱਖ ਹੈ, ਪਰ ਉਹਦੇ ਹੁਕਮ ਵਿੱਚ ਰਾਜੀ ਹੋ ਕੇ ਚੱਲ ਪੈਣਾ ਇਹ ਜੇ ਅਸਲ ਦੇ ਵਿੱਚ ਉਹਨੂੰ ਧਿਆਉਣਾ ਜਿਹੜਾ ਜੀਵ ਆਪਣੇ ਜੀਵਨ ਅੰਦਰ ਕਰੇ ਤੇ ਅਕਾਲ ਪੁਰਖ ਨਾਲ ਸਾਂਝ ਬਣਦੀ ਹੈ। ਫਿਰ ਕਹਿੰਦੇ ਹਰ ਹਰ ਨਾਮ ਮੈਂ ਹਰ ਮਨ ਭਾਇਆ। ਹੁਣ ਗੁਰੂ ਦੀ ਮੱਤ ਨੇ ਕੀ ਕੀਤਾ? ਹਰੀ ਪਰਮਾਤਮਾ ਜੀ ਦਾ ਨਾਮ ਮਨ ਅੰਦਰ ਚੰਗਾ ਲੱਗਣ ਲਾਤਾ, ਚੰਗਾ ਲੱਗਣ ਲੱਗ ਗਿਆ। ਪਰਮੇਸ਼ਵਰ ਦੀ ਬੰਦਗੀ ਹੁਣ ਮਨ ਨੂੰ ਚੰਗੀ ਲੱਗਦੀ ਹੈ। ਤੇ ਫਿਰ ਵੱਡ ਭਾਗੀ ਹਰ ਨਾਮ ਤੇ ਆਇਆ। ਕਹਿੰਦੇ ਚੰਗੇ ਭਾਗਾਂ ਦੇ ਨਾਲ ਜਾ ਕੇ ਜੀਵ ਪਰਮੇਸ਼ਵਰ ਦੇ ਨਾਮ ਨੂੰ ਧਿਆਉਂਦਾ ਹੈ, ਬੰਦਗੀ ਕਰਦਾ ਹੈ। ਜਦੋਂ ਵੱਡੇ ਭਾਗ ਬਣਦੇ ਨੇ, ਚੰਗੇ ਕਰਮ ਬਣਦੇ ਨੇ, ਚੰਗੇ ਕਰਮਾਂ ਦੇ ਸਦਕਾ ਜੀਵ ਗੁਰੂ ਦੀ ਮੱਤ ਦਾ ਧਾਰਨੀ ਬਣਦਾ ਹੈ। ਤੇ ਗੁਰੂ ਦੀ ਮੱਤ ਦਾ ਧਾਰਨੀ ਬਣ ਕੇ ਚੰਗਿਆਂ ਭਾਗਾਂ ਵਾਲਾ ਜੀਵ ਫਿਰ ਕੀ ਕਰਦਾ? ਰੱਬ ਜੀ ਦੇ ਨਾਮ ਨੂੰ ਧਿਆਉਂਦਾ ਹੈ, ਉਹਦੀ ਬੰਦਗੀ ਕਰਦਾ ਹੈ। ਫਿਰ ਉਹ ਬੰਦਗੀ ਜੋ ਸਾਸ ਗਿਰਾਸ ਤੇ ਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਪਾਵੇ, ਆ ਉਹਦੀ ਬੰਦਗੀ ਹੈ। ਮਤਲਬ ਹਰ ਵਕਤ ਉਹਦੇ ਖੌਫ ਵਿੱਚ ਚੱਲਣਾ, ਉਹਦੇ ਭੈ ਵਿੱਚ ਚੱਲਣਾ ਹਰ ਵਕਤ, ਇਹ ਉਹਦੀ ਬੰਦਗੀ ਹੈ, ਉਹਦਾ ਚਿੰਤਨ ਹੈ। ਮੈਂ ਹਰ ਵਕਤ ਰੱਬ ਦੀ ਰਜ਼ਾ ਵਿੱਚ ਰਾਜੀ ਔਰ ਹਰ ਵਕਤ ਰੱਬ ਨੂੰ ਅੰਗ ਸੰਗ ਸਮਝ ਕੇ ਤੇ ਆਪਣੇ ਕਰਮ ਕਰਨ ਲੱਗਿਆਂ ਖਿਆਲ ਰੱਖਦਾ ਆ ਕਿ ਰੱਬ ਮੈਨੂੰ ਵੇਖ ਰਿਹਾ ਹੈ ਤੇ ਮੇਰੇ ਕਰਮ ਉਦਾਂ ਦੇ ਹੋਣਗੇ। ਜਦੋਂ ਰੱਬ ਨੂੰ ਅੰਗ ਸੰਗ ਸਮਝ ਕੇ ਕਰਮ ਕਰਾਂਗੇ ਤੇ ਕੀ ਹੈ? ਹਰ ਇੱਕ ਸਵਾਸ ਉਹਦੀ ਬੰਦਗੀ ਹੈ, ਉਹਦਾ ਚਿੰਤਨ ਹੈ, ਹਰ ਇੱਕ ਸਾਹ ਨਾਲ ਉਹਦਾ ਚਿੰਤਨ ਹੈ। ਇਹ ਕੀ ਹੋਇਆ? ਘੰਟਾ ਬਹਿ ਕੇ ਨਾਮ ਜਪਿਆ, ਮੁੜ ਕੇ ਕਿਹੜਾ ਰੱਬ ਸਾਰਾ ਦਿਨ 23 ਘੰਟਿਆਂ 'ਚ ਰੱਬ ਚੇਤੇ ਹੀ ਨਾ ਆਇਆ ਹੋਵੇ। ਅੰਗ ਸੰਗ ਵੀ ਬੈਠਾ ਹੈ, ਉਹ ਵੇਖ ਰਿਹਾ, ਉਹ 23 ਘੰਟੇ ਚੇਤੇ ਹੀ ਨਹੀਂ ਆਇਆ। 23 ਘੰਟੇ ਰੱਜ ਕੇ ਪਾਪ ਕੀਤੇ ਤੇ 1 ਘੰਟਾ ਮੈਂ ਚੇਤੇ ਕਰਕੇ ਆਖਾਂ ਮੈਂ ਤੇ ਬੜਾ ਵੱਡਾ ਭਗਤ ਆ, ਤੇ ਕੀ ਰੱਬ ਪ੍ਰਵਾਨ ਲੇਗਾ? ਨਹੀਂ। ਫਿਰ ਤੇ ਉਹ 1 ਘੰਟਾ ਜਿਹੜਾ ਬਹਿ ਕੇ ਰੱਬ ਚੇਤੇ ਕੀਤਾ ਨਾ, ਉਸ 1 ਘੰਟੇ 'ਚੋਂ ਜਿਹੜੇ 23 ਘੰਟਿਆਂ 'ਚ ਭੈੜੇ ਕਰਮ ਕੀਤੇ ਨਾ, ਅੱਖਾਂ ਅੱਗੇ ਉਹੀ ਘੁੰਮਣੇ। ਫਿਰ ਅਸੀਂ ਕਹਿੰਦੇ ਜੀ ਸਾਡਾ ਚਿੱਤ ਨਹੀਂ ਟਿਕਦਾ। ਚਿੱਤ ਟਿਕੇ ਕਿੱਥੋਂ? ਮਨ ਇਕਾਗਰ ਕਿੱਥੋਂ ਹੋਵੇ? ਮਨ ਦੀ ਇਕਾਗਰਤਾ ਵਾਸਤੇ ਅੱਖਾਂ ਮੀਚ ਲੈਣੀਆਂ, ਕੰਨ ਬੰਦ ਕਰ ਲੈਣੇ, ਭਲੀ ਗੱਲ ਹੈ ਵੀ ਮੇਰਾ ਮਨ ਟਿਕ ਜਾਏ, ਬਾਹਰੋਂ ਆਵਾਜ਼ ਨਾ ਕੰਨਾਂ 'ਚ ਪਏ, ਅੱਖਾਂ ਨਾਲ ਮੈਂ ਕੁਝ ਵੇਖਾਂ ਨਾ, ਵੀ ਵਿਚਾਰ ਨਾ ਉਪਜਣ। ਪਰ ਸੱਜਣਾ ਜਿਹੜੇ 23 ਘੰਟੇ ਭੈੜੇ ਕਰਮ ਕਰਦਾ ਰਿਹਾ, ਹੁਣ ਤੂੰ ਇਹ ਵੀ ਤੇ ਸੋਚੇਂਗਾ ਨਾ ਕਿਤੇ ਕਿਸੇ ਨੂੰ ਪਤਾ ਨਾ ਲੱਗ ਜੇ ਪਤਾ ਲੱਗ ਗਿਆ ਤੇ ਨਤੀਜਾ ਕੀ ਬਣੇਗਾ? ਹੁਣ ਉਹ ਖਿਆਲਾਤ 23 ਘੰਟਿਆਂ ਵਾਲੇ 1 ਘੰਟੇ 'ਚ ਅੰਦਰ ਘੁੰਮਣਗੇ, ਇਕਾਗਰਤਾ ਕਿੱਥੋਂ ਬਣੇਗੀ? ਮਨ ਟਿਕੇਗਾ ਕਿਵੇਂ? ਤੇ ਜੇ ਮਨ ਹੀ ਨਾ ਟਿਕਿਆ, ਬੰਦਗੀ ਕਾਹਦੀ ਹੋਈ? ਫਿਰ ਤੇ ਇਹੀ ਹੈ ਨਾ, ਲੋਕ ਵਿਖਾਏ ਆ, ਲੋਕਾਂ ਨੂੰ ਵਿਖਾਉਣ ਵਾਸਤੇ ਬਸ ਮੈਂ ਇਹ ਕਰਮ ਕਮਾਇਆ। ਜੇ ਇਹੀ ਉਹਨਾਂ
ਸਮਿਆਂ ਦੇ ਵਿੱਚ, ਉਸ ਵੇਲੇ ਦੇ ਵਿੱਚ ਚੰਗੇ ਕਰਮ ਕੀਤੇ ਹੁੰਦੇ, ਮਨ ਉੱਤੇ ਕੋਈ ਬੋਝ ਹੋਣਾ ਸੀ? ਨਾ ਇੱਕ ਸਮੇਂ ਇਨਸਾਨ ਚੰਗਾ ਕਰਮ ਕਰਕੇ ਆਉਂਦਾ ਤੇ ਬਿਲਕੁਲ ਹਲਕਾ ਜਿਹਾ ਮਨ ਲੈ ਕੇ ਘਰੇ ਆਉਂਦਾ, ਵੀ ਆਪਾਂ ਨੂੰ ਕੋਈ ਪਤਾ ਵੀ ਆਪਾਂ ਚੰਗਾ ਕਰਕੇ ਆਏ ਆ, ਤੇ ਇੱਕ ਮਾੜਾ ਕਰਮ ਕਰਕੇ ਆਏ, ਮਨ ਦੇ ਉੱਤੇ ਬੋਝ ਲਈ ਆਉਂਦਾ ਘਰ ਵੀ। ਜਿਹਨੂੰ ਸੌਖੇ ਰੂਪ ਚ ਕਹਿ ਲਈਏ, ਕਿਸੇ ਨੂੰ ਰੁਪਈਆ ਦੇ ਕੇ ਆ ਗਿਆ ਨਾ, ਉਹਦੀ ਲੋੜ ਕੱਢ ਕੇ ਆ ਗਿਆ, ਮਨ ਨੂੰ ਬੜਾ ਸਕੂਨ, ਚੱਲ ਅੱਜ ਲੋੜਵੰਦ ਸੀ, ਕੋਈ ਗੱਲ ਨਹੀਂ, ਮਨ ਬੜਾ ਸਕੂਨ ਵਿੱਚ ਟਿਕਾਵੇ। ਤੇ ਜੇ ਉਹੀ ਕਿਸੇ ਕੋਲੋਂ ਰੁਪਈਆ ਖੋ ਕੇ ਲੈ ਆਵੇ ਜਾਂ ਕਿਸੇ ਦਾ ਹੱਕ ਮਾਰ ਕੇ ਲੈ, ਫਿਰ ਘਰੇ ਆਇਆ ਵੀ ਸੋਚੀ ਜਾਏਗਾ, ਜੇ ਉਹਨੂੰ ਪਤਾ ਲੱਗ ਗਿਆ ਜਾਂ ਫੇਰ ਦੁਬਾਰਾ ਮੇਲ ਹੋ ਗਿਆ, ਉਹਨੇ ਤੇ ਮੇਰੇ ਤੋਂ ਮੰਗ ਲੈਣਾ, ਉਹ ਤੇ ਮੇਰੀ ਬੇਇੱਜ਼ਤੀ ਵੀ ਕਰੇਗਾ। ਕਿੰਨਾ ਬੋਝ ਲੈ ਕੇ ਆਇਆ। ਹੁਣ ਇੱਕ ਬਿਲਕੁਲ ਹਲਕਾ ਮਨ ਉਹ ਟਿਕੇਗਾ ਕਿ ਜਿਹੜਾ ਬੋਝ ਲੈ ਕੇ ਬੈਠਾ ਉਹ ਟਿਕੇਗਾ। ਜਿਸ ਮਨ ਉੱਤੇ ਵਿਚਾਰਾਂ ਦਾ ਬੋਝ ਹੈ, ਉਹਨੇ ਕਦੇ ਇਕਾਗਰ ਨਹੀਂ ਹੋਣਾ। ਉਹ ਫਿਰ ਸੋਚੇਗਾ ਵੀ ਹੁਣ ਮੈਂ ਜੇ ਉਹ ਦੁਬਾਰਾ ਮਿਲਦਾ, ਮੈਂ ਉਹਨੂੰ ਜਵਾਬ ਕੀ ਦੇਣਾ, ਜਾਂ ਮੈਂ ਉਹਨੂੰ ਆਖਣਾ ਕੀ ਹੈ। ਤੇ ਜਿਹੜਾ ਮਨ ਬਿਲਕੁਲ ਹੌਲਾ ਜਿਹਾ, ਉਹ ਇਕਾਗਰ ਹੋ ਜਾਏਗਾ। ਇਸੇ ਲਈ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਆ, ਅੱਜ ਇਹ ਮੱਤ ਦੇ ਰਹੇ ਕਿ ਅਕਾਲ ਪੁਰਖ ਪਰਮੇਸ਼ਵਰ ਜੀ ਦਾ ਚਿੰਤਨ ਜਿਹੜਾ ਨਾ, ਹਰ ਵਕਤ ਉਹਨੂੰ ਅੰਗ ਸੰਗ ਸਮਝਦੇ ਆ, ਭਲੇ ਕਰਮ ਕਰਨੇ ਤੇ ਭਲੇ ਕਰਮ ਕਰਦੇ ਆ ਆਪਣੇ ਸਮੇਂ ਨੂੰ ਗੁਜ਼ਾਰਨਾ, ਬਤੀਤ ਕਰਨਾ, ਇਹ ਵੀ ਇੱਕ ਪਰਮੇਸ਼ਵਰ ਦੀ ਬੰਦਗੀ ਹੈ। ਪਰ ਇਹ ਬੰਦਗੀ ਦਾ ਸਮਝ, ਇਸ ਬੰਦਗੀ ਦਾ ਗਿਆਨ ਸਾਨੂੰ ਗੁਰੂ ਦੀ ਮੱਤ ਦਿੰਦੀ ਹੈ। ਫਿਰ ਜਿਹੜਾ ਇਸ ਤਰ੍ਹਾਂ ਦਾ ਮਤ, ਇਸ ਤਰ੍ਹਾਂ ਦੇ ਗਿਆਨ ਨੂੰ, ਇਸ ਤਰ੍ਹਾਂ ਦੀ ਸੋਝੀ ਨੂੰ ਧਾਰਨ ਕਰ ਲੈਂਦਾ, ਸਤਿਗੁਰੂ ਕਹਿੰਦੇ ਵੱਡ ਭਾਗੀ ਹਰ ਨਾਮ ਧਿਆਇਆ। ਫਿਰ ਉਹ ਚੰਗੇ ਕਰਮਾਂ ਵਾਲਾ ਜੀਵ ਅਕਾਲ ਪੁਰਖ ਪਰਮੇਸ਼ਵਰ ਜੀ ਦੇ ਨਾਮ ਨੂੰ ਧਿਆਉਂਦਾ ਹੈ। ਮੈਂ ਹਰ ਹਰ ਖਰਚ ਲਿਆ ਬਨ ਪੱਲੇ, ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੈ। ਗੁਰ ਪੂਰੈ ਹਰ ਨਾਮ ਦਿੜਾਇਆ, ਹਰ ਨਿਹਚਲ ਹਰ ਧਨ ਪੱਲੇ ਜਿਉ। ਕਿਤੇ ਮਾਰਗ ਅਸੀਂ ਤੈਅ ਕਰਨਾ ਹੋਵੇ, ਸਫ਼ਰ ਤੈਅ ਕਰਨ ਤੋਂ ਪਹਿਲਾਂ ਅਸੀਂ ਆਪਣੇ ਨਾਲ ਖਰਚਾ ਚੁੱਕਣ ਦਾ ਪ੍ਰਬੰਧ ਕਰਦੇ ਹਾਂ। ਸਫ਼ਰ ਬਾਅਦ ਚ ਸ਼ੁਰੂ ਹੁੰਦਾ ਹੈ, ਪਰ ਪਹਿਲਾਂ ਪੈਕਿੰਗ ਹੁੰਦੀ ਹੈ। ਪੈਕਿੰਗ ਵੀ ਇੱਕ ਪਾਸੇ ਰਹੀ, ਉਹ ਵੀ ਕਹਿੰਦਾ ਵੀ ਕੋਈ ਗੱਲ ਨਹੀਂ, ਨਾ ਹੋਏਗੀ ਤੇ ਨਾ ਸਹੀ, ਜੇਬ ਚ ਖਰਚਾ ਤੇ ਹੈ ਨਾ। ਤੁਰਨ ਤੋਂ ਪਹਿਲਾਂ ਪਤਾ ਵੀ ਮੈਨੂੰ 2 ਦਿਨ 4 ਦਿਨ ਸਫ਼ਰ ਚ ਲੱਗ ਜਾਣੇ, ਕਹਿੰਦਾ ਵੀ ਮੈਂ ਪਹਿਲਾਂ ਰਾਹ ਦਾ ਪ੍ਰਬੰਧ ਕਰ ਲਾਂ। ਰਾਹ ਦਾ ਪ੍ਰਬੰਧ ਮਤਲਬ ਰਸਤੇ 'ਚ ਕੀ ਖਾਣਾ, ਕੀ ਪੀਣਾ ਹੈ, ਉਹ ਸਾਰਾ ਪ੍ਰਬੰਧ ਕਰ ਲਾਂ। ਮੈਂ ਇੱਥੇ ਲਫ਼ਜ਼ ਕੱਪੜੇ ਜਾਂ ਵਸਤਰਾਂ ਦੇ ਨਹੀਂ ਕਰ ਰਿਹਾ, ਜੇਕਰ ਉਹ ਨਹੀਂ ਕਰਨ ਲੱਗ, ਕਿਉਂਕਿ ਕੱਪੜੇ ਤੇ ਹੋਰ ਉੱਥੇ ਜਾ ਕੇ ਵੀ ਮਿਲ ਜਾਣਗੇ ਜਿੱਥੇ ਜਾਣਾ ਹੈ, ਵਸਤਰ ਤੇ ਉੱਥੇ ਜਾ ਕੇ ਵੀ ਕੋਲੇ ਨਹੀਂ ਹੈ, ਜਾਂ ਰਹਿ ਗਏ ਕਿਤੇ, ਜਾਂ ਘਰੋਂ ਚੁੱਕਣ ਲੱਗਿਆ ਭੁੱਲ ਗਿਆ, ਉੱਥੇ ਜਾ ਕੇ ਫਿਰ ਖਰੀਦ ਲਏਗਾ। ਜੇ ਪੱਲੇ ਕੁਝ ਹੋਏਗਾ ਤੇ ਖਰੀਦੇਗਾ ਨਾ। ਮੰਨ ਲਓ ਕੱਪੜਿਆਂ ਦਾ ਟੈਚੀ ਲਵੇ ਚੁੱਕ ਤੇ ਜੇਬ 'ਚ ਰੁਪਈਆ ਇੱਕ ਨਾ ਪਾਵੇ, ਤੇ ਰਾਹ 'ਚ ਕੀ ਕਰੇਗਾ? ਹੁਣ ਸਾਹਿਬ ਜੀ ਨੇ ਜਿਹੜਾ ਜ਼ਿਕਰ ਕੀਤਾ, ਅਸੀਂ ਮਾਰਗ ਤੇ ਤੁਰਨ ਤੋਂ ਪਹਿਲਾਂ ਆਪਣੇ ਖਰਚੇ ਦਾ ਪ੍ਰਬੰਧ ਕੀਤਾ ਵੀ ਮੈਂ ਕਿੰਨਾ ਕੁ ਖਰਚਾ ਕਰਨਾ, ਕਿੰਨਾ ਕੁ ਮੇਰੇ ਕੋਲ ਧਨ ਚਾਹੀਦਾ। ਘਰੋਂ ਤੁਰਨ ਲੱਗਿਆਂ ਪਹਿਲਾਂ ਪਰਿਵਾਰ ਵਾਲਿਆਂ ਨੇ ਪੁੱਛਿਆ ਵੀ ਇੰਨੇ ਕੁ ਨਾਲ ਸਰ ਜੇਗਾ ਜਾਂ ਹੋਰ ਚਾਹੀਦਾ। ਖਰਚੇ ਦਾ ਪ੍ਰਬੰਧ ਅਸੀਂ ਪਹਿਲਾਂ ਕਰਦੇ ਸੰਸਾਰਕ ਤੌਰ ਤੇ। ਫਿਰ ਜਿੱਦਾਂ ਦਾ ਸਫ਼ਰ, ਜਿੱਦਾਂ ਦਾ ਸਮਾਂ, ਉਸ ਹਿਸਾਬ ਨਾਲ। ਜੇ ਪਤਾ ਵੀ 1 ਦਿਨ 'ਚ ਪਹੁੰਚ ਜਾਣਾ, ਘਰੋਂ ਪ੍ਰਸ਼ਾਦਾ ਵੀ ਬਣਾ ਕੇ ਲੈ ਜੀਦਾ, ਕੋਈ ਗੱਲ ਨਹੀਂ, ਛਕਿਆ ਜਾਣਾ। ਸਬਜ਼ੀ ਉਦਾਂ ਦੀ ਬਣਾ ਲਈ। ਜੇ 2 ਦਿਨ ਦਾ ਸਫ਼ਰ ਤੈਅ ਕਰਨਾ, 2 ਦਿਨ ਲੱਗ ਜਾਣੇ, ਫਿਰ ਪ੍ਰਸ਼ਾਦਾ ਉਸ ਹਿਸਾਬ ਨਾਲ, ਸਬਜ਼ੀ ਉਸ ਹਿਸਾਬ ਨਾਲ ਤਿਆਰ ਕੀਤੀ ਵੀ ਖਰਾਬ ਨਾ ਹੋਵੇ ਰਾਹ 'ਚ।
ਤੇਰੇ 4-5 ਦਿਨ ਦਾ ਲੱਗਦਾ ਸਮਾਂ, ਫਿਰ ਅਸੀਂ ਰਾਸ਼ਨ ਹਿਸਾਬ ਕਿਤਾਬ ਉਸ ਨਾਲ ਚੁੱਕਿਆ ਵੀ ਨਾ ਪ੍ਰਸ਼ਾਦਾ ਲਿਆ ਨਾ ਸਬਜ਼ੀ ਲਈ, ਪਰ ਛਕਣ ਵਾਲੇ ਪਦਾਰਥ ਲੈ ਲਏ ਵੀ ਰਾਹ 'ਚ ਕਿਤੇ ਮੁਸ਼ਕਲ ਨਾ ਆਵੇ। ਖਰਚਾ ਬੰਨ ਲਿਆ ਨਾ, ਨਾਲ ਤੋਸਾ ਬੰਨ ਲਿਆ ਨਾਲ। ਜੇ ਉਦੋਂ ਵੱਧ ਸਮਾਂ ਲੱਗਦਾ ਹੈ ਫਿਰ ਸਾਡਾ ਹਿਸਾਬ ਕਿਤਾਬ ਉਦਾਂ ਦਾ ਹੈ। ਇਨਸਾਨੀ ਬਿਰਤੀ ਸਮੇਂ ਔਰ ਹਾਲਾਤਾਂ ਨੂੰ ਵੇਖ ਕੇ ਪ੍ਰਬੰਧ ਕਰਦੀ ਹੈ। ਇਨਸਾਨੀ ਬਿਰਤੀ ਦੇਖੋ ਨਾ, ਹਾਲਾਤ ਕਿਤੇ ਬਦਲਦੇ ਨਜ਼ਰ ਆਉਣ, ਇਨਸਾਨੀ ਬਿਰਤੀ ਪਤਾ ਕੀ ਕਹਿੰਦੀ, ਹਾਲਾਤਾਂ ਨੂੰ ਫਿਰ ਵੇਖਾਂਗੇ, ਬਦਲੇ ਨਾ ਬਦਲੇ ਆਪਣੇ ਕੋਲ ਜੋੜ ਕੇ ਰੱਖ ਲਓ। ਇਹ ਇਨਸਾਨੀ ਬਿਰਤੀ ਹੈ। ਫਿਰ ਭਾਵੇਂ ਜੋੜਿਆ ਖਰਾਬ ਹੀ ਕਿਉਂ ਨਾ ਹੋ ਜੇ, ਪਰ ਇਨਸਾਨੀ ਬਿਰਤੀ ਨੇ ਇਹ ਕਹਿਣਾ ਵੀ ਜੋੜ ਕੇ ਰੱਖ ਲਾ। ਪਸ਼ੂ ਬਿਰਤੀ ਨਹੀਂ ਕਹਿੰਦੀ, ਨਾ ਪੰਛੀ ਬਿਰਤੀ ਕਹਿੰਦੀ ਹੈ। ਇਨਸਾਨੀ ਬਿਰਤੀ ਇਹ ਗੱਲ ਕਹਿੰਦੀ ਵੀ ਹਾਲਾਤਾਂ ਦਾ ਪਤਾ ਕੋਈ ਨਹੀਂ। ਦੇਖੋ ਨਾ, ਉਹ ਪਿਛਲੇਰੇ ਸਮੇਂ ਆਪਾਂ ਜਿਹੜੇ ਸਮਿਆਂ ਚੋਂ ਹਾਲਾਤਾਂ ਚੋਂ ਲੰਘ ਕੇ ਆਏ, ਉਸ ਵਕਤ ਇਸ ਇਨਸਾਨੀ ਬਿਰਤੀ ਦਾ ਪ੍ਰਗਟਾਵਾ ਵੇਖਣ ਵਾਲਾ ਸੀ। ਘਰੇ ਸਾਮਾਨ ਪਿਆ ਹੈ, ਸਭ ਕੁਝ ਪਿਆ ਛਕਣ ਵਾਸਤੇ, ਫਿਰ ਵੀ ਇਹ ਹੈ ਵੀ ਕਿਤੋਂ ਨਾ ਕਿਤੋਂ ਪ੍ਰਬੰਧ ਹੋ ਹੀ ਜਾਏ, ਹੋਰ ਲਿਆ ਕੇ ਰੱਖ ਲਾਂ, ਕੀ ਪਤਾ ਕਿੰਨੇ ਸਮੇਂ ਇਦਾਂ ਰਹਿਣਾ ਪਵੇ। ਫਿਰ ਇਹ ਨਹੀਂ ਵੀ ਜਿਹੜੇ ਹੁਣ ਅਕਾਲ ਪੁਰਖ ਪਰਮੇਸ਼ਵਰ ਨੇ ਜਿਨ੍ਹਾਂ ਤੇ ਬਖਸ਼ਿਸ਼ ਕੀਤੀ, ਕਿਰਪਾ ਕੀਤੀ, ਜਿਨ੍ਹਾਂ ਨੂੰ ਬਹੁਤ ਕੁਝ ਦੇ ਕੇ ਨਵਾਜਿਆ, ਉਹਨਾਂ ਨੇ ਸਹਾਇਤਾ ਵੀ ਕੀਤੀ, ਪ੍ਰਸ਼ਾਦੇ ਦਾ ਭੋਜਨ ਦਾ ਪ੍ਰਬੰਧ ਵੀ ਕੀਤਾ। ਹੁਣ ਜਿਹੜੇ ਅੱਗੋਂ ਛਕਣ ਵਾਲੇ ਨਾ, ਉਹਨਾਂ ਛਕਿਆ ਘੱਟ ਹੈ ਪਰ ਬਰਬਾਦ ਜ਼ਿਆਦਾ ਕੀਤਾ ਸੀ। ਪਤਾ ਵੀ ਇੱਕ ਵੇਲੇ ਮੈਂ 2 ਜਾਂ 3 ਪ੍ਰਸ਼ਾਦੇ ਛਕਣੇ, ਜੇ ਕੋਈ ਲੰਗਰ ਦੇਣ ਆ ਗਿਆ ਮੈਂ 2-3 ਪ੍ਰਸ਼ਾਦੇ ਲੈ ਕੇ ਪਾਸੇ ਹੋ ਜਾ, ਪਰ ਨਹੀਂ, ਸਵੇਰੇ ਲੰਗਰ ਦੇਣ ਆਇਆ, ਸ਼ਾਮ ਤੱਕ ਦੇ ਮੈਂ ਜੋੜ ਲਏ। ਮੇਰੀ ਤੇ ਕੋਸ਼ਿਸ਼ ਇਹ ਵੀ 2 ਦਿਨ ਅਗਲੇ ਵੀ ਜੋੜ ਲਾਂ। ਮੁੜ ਕੇ ਏਡੇ ਏਡੇ ਢੇਰ ਲੱਗੇ, ਉਹ ਚੁੱਕ ਚੁੱਕ ਕੇ ਮੁੜ ਕੇ ਗੰਦਗੀ 'ਚ ਸੁੱਟੇ। ਇਨਸਾਨੀ ਬਿਰਤੀ। ਖੈਰ, ਸਾਹਿਬ ਜੀ ਕਹਿੰਦੇ ਗੁਰ ਪੂਰੇ ਹਰ ਨਾਮ ਦ੍ਰਿੜਾਇਆ। ਗੁਰੂ ਪੂਰੇ ਨੇ ਬਖਸ਼ਿਸ਼ ਕੀਤੀ, ਹਰੀ ਨਾਮ ਦ੍ਰਿੜ ਕਰਵਾਇਆ। ਤੇ ਇਹ ਜਿਹੜਾ ਹਰੀ ਨਾਮ, ਰੱਬ ਜੀ ਦਾ ਨਾਮ ਦ੍ਰਿੜ ਕਰਵਾਇਆ ਨਾ ਗੁਰੂ ਨੇ, ਹਰ ਨਿਹਚਲ ਹਰ ਧਨ ਪੱਲੇ ਜੀਓ। ਇਹ ਉਹ ਧਨ ਸੀ ਜਿਹੜਾ ਜਾਣ ਵਾਲਾ ਨਹੀਂ ਸੀ। ਜਾਣ ਵਾਲਾ ਮਤਲਬ ਅਟਲ ਸੀ, ਜਿਹੜਾ ਮੇਰੇ ਕੋਲੋਂ ਖਤਮ ਨਹੀਂ ਸੀ ਹੋਣਾ। ਹਰ ਧਨ ਪੱਲੇ ਜੀਓ, ਕਹਿੰਦੇ ਮੈਂ ਇਹ ਰੱਬ ਦਾ ਨਾਮ ਰੂਪੀ ਧਨ ਪੱਲੇ ਨਾਲ ਬੰਨ ਲਿਆ, ਜਿਹਨੂੰ ਅਗਾਂਹ ਜਾ ਕੇ ਗੁਰੂ ਅਮਰਦਾਸ ਸਾਹਿਬ ਕਹਿੰਦੇ, ਇਹ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਜਾਂ ਦੂਜਾ ਪੱਖ ਵੀ ਰੱਖਿਆ, ਕਾਚਾ ਧਨ ਸੰਚੈ ਮੂਰਖ ਗਾਵਾਰ, ਮਨ ਮੁਖ ਭੂਲੇ ਅੰਧ ਗਵਾਰ, ਵਿਖਿਆ ਕੈ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ, ਸਾਚਾ ਧਨ ਗੁਰਮਤੀ ਪਾਏ। ਗੁਰੂ ਦੀ ਮੱਤ ਨੇ ਸੱਚਾ ਧਨ ਦਿੱਤਾ, ਕਾਚਾ ਧਨ ਫੁਨ ਆਵੇ ਜਾਏ। ਫੇਰ ਆਉਣ ਜਾਣ ਦਾ ਗੇੜ ਪੈ ਗਿਆ। ਤੇ ਮੈਂ ਜੋੜਿਆ ਕੀ, ਮੰਨ ਲਓ ਸਾਡੇ ਕੋਲ ਪੈਮਾਨਾ ਹੋਵੇ ਇੱਕ ਐਸਾ ਜਿਹਦੇ ਨਾਲ ਅਸੀਂ ਸੱਚੇ ਔਰ ਕੱਚੇ ਧਨ ਨੂੰ ਮਾਪ ਸਕੀਏ। ਕੱਚੇ ਧਨ ਵਾਲਾ ਤਾਂ ਨਹੀਂ ਉੱਠਦਾ, ਕੱਚੇ ਧਨ ਵਾਲਾ ਤੇ ਹੋ ਸਕਦਾ ਵੀ ਸਿਖਰ ਤੇ ਚਲਾ ਜਾਏ, ਸੱਚੇ ਧਨ ਵਾਲਾ ਤਾਂ ਨਹੀਂ ਉੱਠਦਾ। ਪੈਮਾਨਾ ਜਿਵੇਂ ਇੱਕ ਤਰਾਜੂ ਇੱਕ ਕੰਡੇ ਦੇ ਉੱਤੇ ਰੱਖ ਕੇ ਅਸੀਂ ਵਸਤੂ ਦਾ ਵਜ਼ਨ ਕਰਦੇ ਆਂ, ਤੇ ਵਜ਼ਨ ਕਰਦਿਆਂ ਨਾਲ ਹੀ ਕੰਡੇ ਦੇ ਨੰਬਰ ਉਤਾਂ ਉੱਠ ਜਾਂਦੇ ਵੀ ਚੱਲ ਪਏ। ਜੇ ਇਸੇ ਤਰ੍ਹਾਂ ਦਾ ਪੈਮਾਨਾ ਸਾਡੇ ਕੋਲ ਕੱਚੇ ਔਰ ਸੱਚੇ ਧਨ ਨੂੰ ਮਾਪਣ ਦਾ ਆ ਜਾਏ, ਕੱਚਾ ਧਨ ਤੇ ਅਸੀਂ ਲਾਵਾਂਗੇ ਢੇਰ, ਹੋ ਸਕਦਾ ਵੀ ਨੰਬਰ ਵੀ ਮੁੱਕ ਜਾਣ। ਉਹ ਵਜਨ ਵਾਲਾ ਜਿਹੜਾ ਪੈਮਾਨਾ ਸੀ ਉਹ ਵੀ ਹਾਰ ਜਾਏ, ਹੱਥ ਖੜੇ ਕਰੇ ਵੀ ਸੱਜਣਾ ਆਪਣੇ ਕੋਲ ਵੱਤ ਹੈ ਨਹੀਂ, ਤੇ ਸੱਚੇ ਧਨ ਦਾ ਇੱਕ ਅੱਖਰ ਵੀ ਨਹੀਂ ਉੱਠਣਾ, ਤਾਂ ਪੱਲੇ ਹੀ ਕੁਛ ਨਹੀਂ। ਇਕੱਠਾ ਅਸੀਂ ਉਹ ਕੁਝ ਕੀਤਾ ਨਾ, ਜਿੱਦਾਂ ਦੀ ਇਨਸਾਨੀ ਬਿਰਤੀ ਸੀ ਇਹਨੇ ਉਦਾਂ ਦਾ ਹੀ ਇਕੱਠਾ ਕਰਨਾ। ਇਸੇ ਕਰਕੇ ਸਾਹਿਬ ਨੇ ਪਹਿਲੋਂ ਇਨਸਾਨੀ ਬਿਰਤੀ ਛੱਡ ਕੇ ਗੁਰੂ ਦੀ ਮੱਤ ਦ੍ਰਿੜ ਕਰਨ ਨੂੰ ਕਿਹਾ, ਕਿਉਂਕਿ ਗੁਰੂ ਦੀ ਮੱਤ ਨਹੀਂ ਸੱਚਾ ਧਨ ਜੋੜਨਾ, ਇਨਸਾਨੀ ਬਿਰਤੀ ਨਹੀਂ ਜੋੜੇਗੀ। ਇਨਸਾਨੀ ਬਿਰਤੀ ਤੇ ਜੋੜ ਰਹੀ ਹੈ,
ਇਨਸਾਨੀ ਬਿਰਤੀ ਵੀ ਕੱਚੀ, ਇਹਨੇ ਧਨ ਵੀ ਕੱਚਾ ਜੋੜਿਆ। ਗੁਰੂ ਦੀ ਮੱਤ ਸੱਚੀ, ਗੁਰੂ ਕੀ ਬਿਰਤੀ ਸੱਚੀ, ਉਹਨੇ ਸੱਚਾ ਧਨ ਜੋੜਨਾ। ਹੁਣ ਜਿਹਦੇ ਕੋਲ ਗੁਰੂ ਕੀ ਮੱਤ ਹੋਏਗੀ, ਸੱਚਾ ਧਨ ਤੇ ਉਹੀ ਪੱਲੇ ਨਾਲ ਬੰਨੇਗਾ ਨਾ। ਤੇ ਜਿਹਦੇ ਕੋਲ ਮੱਤ ਹੀ ਗੁਰੂ ਦੀ ਨਹੀਂ, ਉਹ ਕੀ ਬੰਨੇਗਾ ਪੱਲੇ ਨਾਲ? ਉਹ ਕੱਚਾ ਧਨ ਬੰਨੇਗਾ। ਹੁਣ ਮਾਲਕ ਕਹਿੰਦੇ ਗੁਰ ਪੂਰੈ ਹਰ ਨਾਮ ਦ੍ਰਿੜਾਇਆ, ਮੈਨੂੰ ਗੁਰੂ ਪੂਰੇ ਨੇ ਪ੍ਰਭੂ ਪਰਮਾਤਮਾ ਦਾ ਨਾਮ ਦ੍ਰਿੜ ਕਰਵਾ ਦਿੱਤਾ ਹੈ। ਹਰ ਨਿਹਚਲ ਹਰ ਧਨ ਪੱਲੇ ਜੀਓ, ਤੇ ਮੈਂ ਆਪਣੇ ਪੱਲੇ ਦੇ ਨਾਲ ਸਦਾ ਥਿਰ ਰਹਿਣ ਵਾਲਾ ਧਨ ਬੰਨ ਲਿਆ। ਉਹ ਧਨ ਬੰਨਿਆ ਜਿਸ ਧਨ ਨੂੰ ਲੈ ਕੇ ਸਤਿਗੁਰੂ ਜੀ ਬਾਣੀ 'ਚ ਆਖਦੇ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹਿ ਨਾ ਸਾਕੈ ਜਾਲੇ। ਹੁਣ ਮੇਰੇ ਕੋਲ ਉਹ ਧਨ ਹੈ ਜਿਸ ਧਨ ਨੇ ਮੇਰੇ ਕੋਲੋਂ ਕਦੇ ਜਾਣਾ ਨਹੀਂ। ਮੇਰੇ ਕੋਲ ਉਹ ਧਨ ਹੈ ਜਿਸ ਧਨ ਨੂੰ ਲੈ ਕੇ ਸਤਿਗੁਰੂ ਕਹਿੰਦੇ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਜਿਹਨੂੰ ਲੈ ਕੇ ਸਾਹਿਬ ਆਖਦੇ, ਖਾਵੇਂ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਹੁਣ ਧਨ ਮੇਰੇ ਕੋਲ ਉਹ ਹੈ, ਪਰ ਇਹ ਧਨ ਮਿਲਿਆ ਕਿੱਥੋਂ? ਗੁਰੂ ਦੀ ਮੱਤ ਨਾਲ, ਗੁਰੂ ਦੀ ਮੱਤ ਕੋਲੋਂ ਇਹ ਧਨ ਮਿਲਿਆ। ਜਿਹਨੂੰ ਨਾ ਸਤਿਗੁਰੂ ਜੀ ਨੇ ਜਦੋਂ ਜ਼ਿਕਰ ਕੀਤਾ ਤੇ ਮਾਲਕ ਤਿਚਰ ਮੂਲ ਨਾ ਥੁੜੀਂਦੋ, ਜਿਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਹੇ ਖਰਚ ਧਨ ਮਾਲ। ਹੁਣ ਜਿੰਨਾ ਮਰਜ਼ੀ ਖਰਚੀ ਜਾ, ਪਰ ਕਦੇ ਕਮੀ ਨਹੀਂ ਆਉਂਦੀ। ਜਿੰਨਾ ਮਰਜ਼ੀ ਖਾਂਦਾ ਰਹੋ, ਜਿੰਨਾ ਮਰਜ਼ੀ ਖਰਚਦਾ ਰਹੋ, ਕਦੀ ਕਮੀ ਨਹੀਂ ਆਉਣੀ। ਪਰ ਕਦੋਂ? ਜਿਚਰ ਆਪ ਕਿਰਪਾਲ, ਜਿੰਨਾ ਚਿਰ ਉਹ ਆਪ ਕਿਰਪਾਲੂ ਬੈਠਾ। ਪਰ ਜੇ ਧਨ ਉਦਾਂ ਦਾ ਹੋਏਗਾ ਤਾਂ ਹੀ ਨਾ। ਹੁਣ ਜਿੱਦਾਂ ਦਾ ਹੈ ਉਦਾਂ ਦਾ ਅੱਗੋਂ ਫਲ ਲੱਗੀ ਜਾਂਦਾ। ਉਦਾਂ ਦੀ ਮੱਤ ਨੂੰ ਬੂਰ ਪਈ ਜਾਂਦਾ। ਜਿੱਦਾਂ ਦੀ ਮੱਤ ਹੈ, ਬੂਰ ਵੀ ਤੇ ਉਦਾਂ ਦਾ ਹੀ ਪੈਣਾ ਨਾ, ਫਲ ਵੀ ਉਦਾਂ ਦਾ ਲੱਗਣਾ। ਜਿੱਦਾਂ ਦਾ ਧਨ ਹੈ ਉਦਾਂ ਦਾ ਹੀ ਅੱਗੋਂ ਫਲ ਹਾਸਲ ਕਰੀ ਜਾਂਦੇ। ਹੁਣ ਮਨੁੱਖ ਦਾ ਧਨ ਅੱਜ ਖੁਦ ਅਸੀਂ ਜਦੋਂ ਸਮਾਜਿਕ ਤੌਰ ਦੇ ਉੱਤੇ ਵਿਚਰਦੇ ਨਾ, ਸਮਾਜ ਵਿੱਚ ਇਨਸਾਨੀ ਬਿਰਤੀਆਂ ਵੇਖ ਕੇ, ਸਮਾਜਿਕ ਦਸ਼ਾਵਾਂ ਵੇਖ ਕੇ ਇਹ ਸਮਝ ਆਉਂਦੀ ਕਿ ਅੱਜ ਦੇ ਸਮੇਂ ਵਿੱਚ ਇੱਕ ਵੀ ਪਰਸਨ, ਬਹੁਤ ਘੱਟ ਗਿਣਤੀ ਵਿੱਚ ਹੋਣਗੇ ਜਿਹੜੇ ਇਹ ਕਹਿ ਸਕਦੇ ਵੀ ਸਾਡੇ ਕੋਲ ਇਮਾਨਦਾਰੀ ਹੈ, ਓਨੈਸਟੀ ਹੈ। ਨਹੀਂ ਤੇ ਹਰ ਬੰਦਾ ਬੇਈਮਾਨ ਹੋ ਕੇ ਬੈਠਾ। ਵੇਖਿਆ ਨਾ ਬੰਦਿਆਂ ਦੀ ਫਿਰ ਮੱਤ ਨੂੰ ਬੂਰ ਪੈਂਦਾ ਸਮਾਜ ਦੇ ਅੰਦਰ। ਹੁਣ ਉਹ ਜਿਹੜਾ ਬੇਈਮਾਨ ਹੋ ਕੇ ਬੈਠਾ ਹੈ, ਉਹਦੇ ਫਲ ਲੱਗਦਾ ਵੀ ਤੇ ਵੇਖ ਰਹੇ ਆ ਨਾ। ਜਿਹੜਾ ਬੇਈਮਾਨੀ ਨਾਲ ਇਕੱਠਾ ਕਰ ਕਰਕੇ ਢੇਰ ਲਾਈ ਜਾਂਦਾ, ਅੱਗੇ ਵੇਖੋ ਹਾਂ ਉਹਦੀ ਉਹ ਇਕੱਠਾ ਕੀਤੇ ਹੋਏ ਨੂੰ ਕਿੱਦਾਂ ਦਾ ਫਲ ਲੱਗਦਾ। ਇੱਕ ਪਾਸੇ ਇਮਾਨਦਾਰੀ ਖੜੀ ਹੈ, ਦੂਜੇ ਪਾਸੇ ਬੇਈਮਾਨੀ ਖੜੀ ਹੈ। ਤੇ ਉਹ ਜਿਸ ਪਾਸੇ ਬੇਈਮਾਨੀ ਖੜੀ ਹੈ ਉਹਦੀ ਮੱਤ ਨੂੰ ਫਲ ਲੱਗਦਾ ਵੇਖੋ, ਤੇ ਦੂਜੇ ਪਾਸੇ ਇਮਾਨਦਾਰੀ ਨੂੰ ਫਲ ਲੱਗਦਾ ਵੇਖੋ। ਹੈ ਫਰਕ ਕਿ ਨਹੀਂ? ਇੱਕ ਬੰਦਾ ਰੋਜ਼ ਅੱਖਾਂ ਦੇ ਉੱਤੇ ਹੱਥ ਰੱਖ ਰੱਖ ਰੋਂਦਾ ਵੀ ਰੱਬਾ ਕੀ ਬਣ ਗਿਆ, ਤੇ ਇੱਕ ਹੱਥ ਜੋੜ ਜੋੜ ਰੱਬ ਦਾ ਸ਼ੁਕਰਾਨਾ ਕਰਦਾ ਵੀ ਰੱਬਾ ਤੇਰਾ ਸ਼ੁਕਰ, ਤੇਰਾ ਭਲਾ ਵੀ ਆਹ ਬਖਸ਼ਿਸ਼ ਤੁਸੀਂ ਸਾਡੀ ਝੋਲੀ 'ਚ ਪਾਈ। ਕਾਹਦਾ ਨਤੀਜਾ ਹੈ? ਖੈਰ ਸਾਹਿਬ ਫਿਰ ਕਹਿੰਦੇ, ਮੈਂ ਹਰ ਹਰ ਖਰਚ ਲਿਆ ਬੰਨ ਪੱਲੇ। ਤਾਂ ਪੱਲੇ ਨਾਲ ਬੰਨਿਆ, ਪਰ ਉਹ ਖਰਚਾ ਬੰਨਿਆ ਜਿਹੜਾ ਕਦੇ ਮੁੱਕਣ ਵਾਲਾ ਨਹੀਂ। ਜਿੰਨਾ ਮਰਜ਼ੀ ਖਰਚਦਾ ਰਵਾਂ, ਜਿੰਨਾ ਮਰਜ਼ੀ ਵਰਤਦਾ ਰਵਾਂ, ਜਿੰਨਾ ਮਰਜ਼ੀ ਖਾਂਦਾ ਰਵਾਂ, ਪਰ ਖਰਚਾ ਪੱਲੇ ਨਾਲ ਉਹ ਬੰਨਿਆ, ਪਰਵਾਹ ਹੀ ਕੋਈ ਨਹੀਂ। ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੇ। ਉਹ ਖਰਚਾ ਏਦਾਂ ਦਾ ਵੀ ਤੂੰ ਜੇ ਤੇਰੇ ਸਵਾਸ ਵੀ ਮੁੱਕ ਜਾਣਗੇ ਨਾ ਸੱਜਣਾ, ਮੈਂ ਫਿਰ ਵੀ ਨਹੀਂ ਮੁੱਕਦਾ। ਜਿਵੇਂ ਬੰਦਾ ਅਕਸਰ ਕਹਿੰਦਾ ਵੀ ਮੇਰੇ ਕੋਲ ਤੇ ਇੰਨਾ ਕੁ ਧਨ ਹੈ ਵੀ ਮੈਂ ਭਾਵੇਂ ਮੁੱਕ ਜਾ, ਪਰ ਧਨ ਨਹੀਂ ਮੁੱਕਦਾ। ਸਾਹਿਬ ਕਹਿੰਦੇ ਮੇਰੇ ਪੱਲੇ ਇੰਨਾ ਕੁ ਖਰਚਾ ਵੀ ਪ੍ਰਾਣ ਤੇ ਮੁੱਕ ਸਕਦੇ, ਪਰ ਉਹ ਪ੍ਰਾਣਾਂ ਦਾ ਸਖਾ ਬਣ ਕੇ ਨਾਲ ਚੱਲੇ। ਇੰਨਾ ਧਨ ਪੱਲੇ ਨਾਲ ਬੰਨ ਲਿਆ। ਪਰ ਬੰਨਿਆ ਕਿਹੜਾ? ਸੱਚਾ ਧਨ।
ਉਹ ਧਨ ਜਿਹਨੂੰ ਅਖੁੱਟ ਕਹਿ ਕੇ ਸਾਹਿਬ ਨਿਵਾਜਦੇ ਵੀ ਕਦੇ ਮੁੱਕਦਾ ਹੀ ਨਹੀਂ। ਇਹ ਇੱਕ ਐਸਾ ਖਜ਼ਾਨਾ ਹੈ ਵੀ ਇਸ ਖਜ਼ਾਨੇ ਦੀ ਗਿਣਤੀ ਵਿੱਚ ਆਉਣਾ ਮੁਸ਼ਕਲ ਹੈ, ਪਰ ਜਿੱਦਣ ਇਸ ਖਜ਼ਾਨੇ ਦੀ ਗਿਣਤੀ 'ਚ ਆ ਜਾਈਦਾ ਨਾ ਉਦਣ ਕਦੇ ਮੁੱਕਦਾ ਨਹੀਂ। ਬਸ ਇੱਕ ਵਾਰੀ ਆਉਣਾ ਹੀ ਔਖਾ ਹੈ, ਕਿਉਂਕਿ ਆਉਣਾ ਗੁਰੂ ਦੀ ਮੱਤ ਨਾਲ ਪੈਣਾ, ਉਹ ਆਪਣੇ ਤੋਂ ਧਾਰਨ ਨਹੀਂ ਹੁੰਦੀ ਤੇ ਔਖਾ ਹੀ ਹੋਇਆ ਨਾ। ਹੁਣ ਜਿਹੜਾ ਕੰਮ ਬੰਦਾ ਕਰ ਹੀ ਨਹੀਂ ਸਕਦਾ ਵੀ ਆਪਣੇ ਤੋਂ ਨਹੀਂ ਹੋਣਾ, ਕੰਮ ਹੀ ਬੜਾ ਔਖਾ। ਇੱਕ ਵਾਰੀ ਕਰਨਾ ਮੁਸ਼ਕਲ ਹੈ, ਪਰ ਜਦੋਂ ਕਰਨ ਦੀ ਜਾਂਚ ਆ ਜਾਏ ਉਦੋਂ ਕਹਿੰਦਾ ਵੀ ਹੁਣ ਤੇ ਭਾਵੇਂ ਅੱਖਾਂ ਮੀਚ ਕੇ ਕਰਾਈ ਚੱਲੋ। ਇਨਸਾਨੀ ਬਿਰਤੀ ਇੱਕ ਵਾਰੀ ਛੱਡ ਕੇ ਗੁਰੂ ਦੀ ਮੱਤ ਦੇ ਧਾਰਨੀ ਹੋ ਕੇ, ਸਮਾਜ ਦੀ ਲੋਕ ਲੱਜਾ ਛੱਡ ਕੇ ਗੁਰੂ ਦੀ ਲੋਕ ਲਾਜ ਵਾਲੇ ਪਾਸੇ ਖਿਆਲ ਰੱਖਣਾ ਇੱਕ ਵਾਰੀ ਤੇ ਹੈ ਔਖਾ, ਪਰ ਜਦੋਂ ਕਿਤੇ ਗੁਰੂ ਵਾਲੇ ਪਾਸੇ ਨੱਕ ਰੱਖਣੀ ਆ ਜਾਏ ਨਾ, ਜਾਂਚ ਆ ਗਈ, ਫਿਰ ਸਮਾਜ ਜੋ ਮਰਜ਼ੀ ਆਖੀ ਜਾਏ ਮੇਰੇ ਕੋਲ ਉਹ ਖਰਚਾ ਹੈ ਜਿਹੜਾ ਕਦੇ ਮੁੱਕਣ ਵਾਲਾ ਨਹੀਂ। ਪਰ ਅੱਜ ਅਸੀਂ ਇਹ ਤੇ ਸੋਚ ਲੈਨੇ ਆ ਲੋਕ ਕੀ ਕਹਿਣਗੇ, ਪਰ ਇਹ ਨਹੀਂ ਅਸੀਂ ਕਦੇ ਸੋਚਿਆ ਮੇਰਾ ਗੁਰੂ ਕੀ ਆਖੇਗਾ। ਮੱਤ ਤੇ ਗੁਰੂ ਦੀ ਤਾਂ ਹੀ ਸੀ ਨਾ ਜੇ ਮੈਂ ਇਹ ਸੋਚਦਾ ਵੀ ਮੇਰਾ ਗੁਰੂ ਕੀ ਕਹੇਗਾ, ਪਰ ਮੈਂ ਆਪਣੀ ਮੱਤ ਨਾਲ ਸੋਚਿਆ ਤੇ ਉਹ ਮੱਤ ਨੇ ਕੀ ਕਿਹਾ, ਲੋਕ ਕੀ ਕਹਿਣਗੇ। ਬਸ ਆਹੀ ਫਰਕ ਹੈ। ਇੱਕ ਵਾਰੀ ਇਹ ਸੋਚਣਾ ਬੜਾ ਔਖਾ ਹੈ ਕਿ ਮੇਰਾ ਗੁਰੂ ਕੀ ਕਹੇਗਾ, ਬਹੁਤ ਔਖਾ ਹੈ, ਬੜਾ ਮੁਸ਼ਕਲ ਹੈ। ਇਹ ਤੇ ਹਰ ਕੋਈ ਸੋਚੀ ਜਾਂਦਾ, ਤੇ ਜਿੰਨਾ ਕੁਛ ਇਨਸਾਨ ਕਰ ਰਿਹਾ ਕਿਉਂ ਕਰ ਰਿਹਾ, ਲੋਕ ਲਿਹਾਜ਼ ਵਾਸਤੇ ਵੀ ਜੇ ਆਹ ਨਾ ਕੀਤਾ ਲੋਕ ਕੀ ਆਖਣਗੇ, ਜੇ ਇਦਾਂ ਕਰ ਲਿਆ ਤੇ ਲੋਕ ਕੀ ਕਹਿਣਗੇ, ਜੇ ਇਦਾਂ ਨਾ ਕੀਤਾ ਸਾਰੇ ਰਿਸ਼ਤੇਦਾਰਾਂ ਨੇ ਨਹੀਂ ਛੱਡਣਾ, ਬਸ ਇਹੀ ਸੋਚੀ ਜਾਂਦਾ ਬੰਦਾ। ਤੇ ਜੇ ਇਹ ਸੋਚ ਲੈਂਦਾ ਵੀ ਰਿਸ਼ਤੇਦਾਰ ਜੋ ਮਰਜ਼ੀ ਕਹਿਣ, ਲੋਕ ਜੋ ਮਰਜ਼ੀ ਆਖੀ ਜਾਣ, ਆਪਾਂ ਇਹ ਕੰਮ ਨਹੀਂ ਕਰਨਾ ਕਿਉਂਕਿ ਮੇਰਾ ਗੁਰੂ ਕਹਿੰਦਾ। ਜੇ ਮੈਂ ਇਹ ਕੰਮ ਕਰ ਲਿਆ ਤੇ ਮੇਰਾ ਗੁਰੂ ਕੀ ਆਖੇਗਾ, ਮੈਂ ਇਹ ਸੋਚਣਾ ਸੀ, ਪਰ ਸੋਚਿਆ ਕਿ ਰਿਸ਼ਤੇਦਾਰਾਂ ਦਾ ਕੀ ਕਰੀਏ ਜੀ। ਇਹ ਤੇ ਸੋਚ ਵੀ ਗੁਰੂ ਨੇ ਤੇਰੇ ਤੇ ਬਖਸ਼ਿਸ਼ ਕੀਤੀ ਤੇ ਹੁਣ ਤੁਰਿਆ ਕਿਹੜੇ ਪਾਸੇ। ਇਹ ਸੀ ਗੁਰੂ ਦੀ ਮੱਤ। ਪਰ ਖੈਰ ਉਹ ਅਸੀਂ ਧਾਰਨ ਨਾ ਕਰ ਸਕੇ ਤੇ ਖਰਚਾ ਵੀ ਅਸੀਂ ਬਹੁਤ ਜੋੜਿਆ, ਬਹੁਤ ਕੁਛ ਇਕੱਠਾ ਬਹੁਤ ਕੁਝ ਕੀਤਾ, ਪਰ ਅਫਸੋਸ ਠਿਕਰੀਆਂ ਹੀ ਇਕੱਠੀਆਂ ਕੀਤੀਆਂ ਨੇ ਜਿਨ੍ਹਾਂ ਦਾ ਲਾਭ ਕੋਈ ਨਹੀਂ। ਉਹ ਖਰਚਾ ਅਸੀਂ ਪੱਲਿਆਂ ਨਾਲ ਨਹੀਂ ਬੰਨ ਸਕੇ ਜਿਸ ਖਰਚੇ ਦੀ ਅੱਜ ਬਾਤ ਗੁਰੂ ਰਾਮਦਾਸ ਪਾਤਸ਼ਾਹ ਕਰ ਰਹੇ ਨੇ, ਜਿਹਨੂੰ ਗੁਰੂ ਅਰਜਨ ਸਾਹਿਬ ਜੀ ਨੇ ਜ਼ਿਕਰ ਕਰਦੇ ਆਖਿਆ ਸੀ, ਜਿਹੇ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ। ਤੋਸਾ ਮਤਲਬ ਖਰਚਾ, ਰਾਹਦਾਰੀ ਦਾ, ਉਹੀ ਹੈ ਨਹੀਂ। ਉਸ ਖਰਚੇ ਨੂੰ ਅੱਜ ਬੰਨਣ ਵਾਸਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਸਿੱਖਿਆ ਦੇ ਰਹੇ ਹਨ। ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ, ਕੋਈ ਆਣ ਮਿਲਾਵੇ ਮੇਰੇ ਪ੍ਰਾਨ ਜੀਵਾਇਆ। ਹੋ ਰਹਿ ਨਾ ਸਕਾ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੈ ਜਿਉ। ਗੁਰੂ ਦੀ ਮੱਤ ਨੇ ਇੰਨੀ ਬਖਸ਼ਿਸ਼ ਕੀਤੀ ਕਿ ਉਸ ਮੱਤ ਸਦਕਾ ਮਿੱਤਰਤਾਈ ਤੇ ਅੱਜ ਵੀ ਹੈ, ਪਰ ਮਿੱਤਰਾਂ ਵਿੱਚ ਫਰਕ ਬਹੁਤ ਹੈ। ਇੱਕ ਪਾਸੇ ਮਿੱਤਰਤਾਈ ਉਹ ਹੈ ਜਿਹੜੀ ਰੋਜ਼ ਮੌਤ ਦੇ ਰਹੀ, ਰੋਜ਼। ਗੁਰੂ ਦੀ ਮੱਤ ਜਿੱਦਣ ਦੀ ਧਾਰਨ ਕੀਤੀ ਨਾ ਉਦਣ ਦੀ ਮਿੱਤਰਤਾਈ ਤਬਦੀਲ ਹੋ ਗਈ। ਉਦਣ ਦੀ ਮਿੱਤਰਤਾਈ ਕਿਹਨਾਂ ਨਾਲ ਬਣੀ, ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ, ਮਿੱਤਰ ਅਸਾਡੜੇ ਸਹੀ। ਹੁਣ ਉਹ ਮਿੱਤਰ ਨੇ ਜਿਹੜੇ ਭੈੜੀ ਮੱਤ ਛਡਾਉਂਦੇ ਨੇ, ਪਰ ਪਹਿਲੋਂ ਕੌਣ ਸੀ? ਕੋਈ ਨਹੀਂ। ਫਿਰ ਕੀ ਹੋ ਗਿਆ? ਸਾਰੇ ਹੀ ਕਰਦੇ ਨੇ, ਇਦਾਂ ਤੂੰ ਵੀ ਕਰਨ ਲੱਗ ਜਾ।
ਚੰਗੇ ਰਾਹ ਤੇ ਤੁਰਨ ਵਾਸਤੇ ਕੋਈ ਹੱਲਾ ਸ਼ੇਰੀ ਦੇਵੇ ਤੇ ਭਾਵੇਂ ਨਾ ਦੇਵੇ, ਸਮਾਜ ਦੀ ਬਿਰਤੀ ਹੈ ਮਾੜੇ ਰਾਹ ਤੇ ਤੁਰਨ ਲੱਗਿਆਂ ਤੁਹਾਨੂੰ ਹੱਲਾ ਸ਼ੇਰੀ ਦੇਣ ਵਾਲੇ ਬਹੁਤ ਮਿਲਣਗੇ। ਸਿਰਫ ਤੁਰਨ ਲੱਗਿਆਂ ਉਦੋਂ ਕਹਿਣਗੇ ਵੀ ਕੋਈ ਗੱਲ ਨਹੀਂ, ਪ੍ਰਵਾਹ ਨਾ ਕਰ, ਤੇ ਜਦੋਂ ਬੰਦਾ ਤੁਰ ਪੈਂਦਾ ਨਾ, ਸਾਰਿਆਂ ਤੋਂ ਪਹਿਲਾਂ ਭੱਜਦੇ ਵੀ ਉਹੀ ਨੇ ਜਿਨ੍ਹਾਂ ਨੇ ਤੋਰਿਆ ਸੀ। ਚੰਗੇ ਰਾਹ ਤੇ ਤੁਰਨ ਲੱਗਿਆ ਕਿਸੇ ਨਹੀਂ ਕਹਿਣਾ ਵੀ ਆ ਜਾ ਕੋਈ ਗੱਲ ਨਹੀਂ ਤੁਰ, ਮੈਂ ਤੇਰੇ ਨਾਲ ਖੜਾ। ਪਰ ਮਾੜੇ ਰਾਹ ਤੇ ਤੁਰਨ ਲੱਗਿਆ ਅਗਲੇ ਕਈ ਬੰਦੇ ਹੋਰ ਵੀ ਨਾਲ ਗਿਣਾ ਦੇਣਗੇ, ਆ ਵੀ ਖੜੇ ਤੇਰੇ ਨਾਲ, ਤੂੰ ਪਰਵਾਹ ਨਾ ਕਰ, ਬੰਦਾ ਤੁਰ ਪੈਂਦਾ। ਇਹ ਤੇ ਉਹ ਹਾਲਾਤ ਹੈ ਵੀ ਛੱਤ ਤੇ ਚੜਾ ਕੇ ਤੇ ਪੌੜੀ ਖਿੱਚਣ ਵਾਲੇ ਵੀ ਉਹੀ ਨੇ ਜਿਨ੍ਹਾਂ ਨੇ ਛੱਤ ਤੇ ਚੜਾਇਆ ਹੈ ਵੀ ਹੁਣ ਤੂੰ ਥੱਲੇ ਆ ਕੇ ਵਿਖਾ, ਪਤਾ ਵੀ ਹੁਣ ਥੱਲੇ ਆਇਆ ਤੇ ਡਿੱਗਾਂਗਾ। ਫਿਰ ਇਨਸਾਨ ਲੰਘ ਇੰਨਾ ਕੁ ਅਗਾਂਹ ਜਾਂਦਾ ਹੈ, ਫਿਰ ਮੱਥੇ ਤੇ ਹੱਥ ਮਾਰ ਕੇ ਸੋਚਦਾ ਵੀ ਹੁਣ ਮੁੜਿਆ ਤਾਂ ਵੀ ਕੁਝ ਨਹੀਂ ਬਣਨਾ, ਤੇ ਜੇ ਨਾ ਮੁੜਿਆ ਮਰਨ ਵਾਲੇ ਰਸਤੇ ਤੇ ਅਜੇ ਵੀ ਖੜੋਤਾ ਹੀ ਆ। ਸੁਭਾਵਿਕ ਜਦੋਂ ਛੱਤ ਤੇ ਚੜ੍ਹ ਹੀ ਗਿਆ ਅਗਲਿਆਂ ਪੌੜੀ ਲਾ ਲਈ, ਹੁਣ ਜਾਂ ਤੇ ਉਹ ਛੱਤ ਤੇ ਰਵੇ ਤੇ ਜਾਂ ਥੱਲੇ ਛਾਲ ਮਾਰੇ, ਤੇ ਜੇ ਛਾਲ ਮਾਰਦਾ ਨੁਕਸਾਨ ਹੁੰਦਾ ਹੈ। ਭੈੜੀ ਮੱਤ ਦੇਣ ਵਾਲਿਆਂ ਇਹੋ ਕੁਝ ਕੀਤਾ। ਤੇ ਮੇਰੇ ਸਾਹਿਬ ਜੀ ਕਹਿੰਦੇ ਹੁਣ ਮਿੱਤਰਤਾਈ ਹੈ। ਵੇਖੋ ਨਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਦੋਂ ਮਿੱਤਰਤਾਈ ਦੀ ਬਾਤ ਕੀਤੀ ਤੇ ਮਾਲਕ ਆਖਦੇ, ਕਹਿੰਦੇ ਗੁਰਮੁਖ ਸਿਉ ਕਰ ਦੋਸਤੀ, ਸਤਿਗੁਰ ਸਿਉ ਲਾਏ ਚਿੱਤ। ਗੁਰੂ ਨਾਲ ਆਪਣਾ ਚਿੱਤ ਜੋੜ ਤੇ ਗੁਰੂ ਦੀ ਮੱਤ ਵਾਲੇ ਨਾਲ ਮਿੱਤਰਤਾ ਕਰ। ਤੇ ਕਰਨਾ ਤਿਆਗਣਾ ਕੀ ਹੈ? ਮਨ ਮੁਖਾਂ ਕੇਰੀ ਦੋਸਤੀ, ਸੁਖ ਕੇ ਪੁੱਛੇ ਮਿੱਤ। ਉਹਨਾਂ ਨੂੰ ਮਿੱਤਰ ਬਣਾ ਕੇ ਸੁਖ ਕਿੱਥੋਂ ਮਿਲ ਜੂ ਤੈਨੂੰ? ਗੁਰੂ ਦੀ ਮੱਤ ਧਾਰਨ ਕਰ। ਕਹਿੰਦੇ ਹਰ ਹਰ ਸੱਜਣ ਆਪਾਂ ਉਹ ਸੱਜਣ ਬਣਾਇਆ ਮੇਰਾ ਪ੍ਰੀਤਮ ਰਾਇਆ। ਕਹਿੰਦੇ ਬਾਦਸ਼ਾਹ ਭਾਈ, ਨਿੱਕੇ ਮੋਟੇ ਨਾਲ ਤੇ ਮਿੱਤਰਤਾ ਪਾਈ ਨਹੀਂ ਆਪਾਂ ਉਹਦੇ ਨਾਲ ਮਿੱਤਰਤਾ ਪਾਈ ਜਿਹੜਾ ਸਾਰਿਆਂ ਦੇ ਸਿਰ ਤੇ ਬੈਠਾ ਬਾਦਸ਼ਾਹ। ਹੁਣ ਕੋਈ ਆਣ ਮਿਲਾਵੇ, ਮੇਰੇ ਪ੍ਰਾਣ ਜੀਵ ਆਇਆ, ਮੈਨੂੰ ਆ ਕੇ ਕੋਈ ਬਖਸ਼ਿਸ਼ ਕਰਕੇ ਉਹ ਜਿਹਦੇ ਨਾਲ ਮੈਂ ਮਿੱਤਰਤਾ ਪਾਉਣੀ ਹੈ ਜਾਂ ਜਿਹਦੇ ਨਾਲ ਮਿੱਤਰਤਾ ਪਾਈ ਹੈ ਨਾ, ਉਸ ਰਾਜੇ ਨਾਲ ਮੇਰਾ ਕੋਈ ਮਿਲਾਪ ਵੀ ਕਰਵਾ ਦੇ, ਜਿਹੜਾ ਮੇਰੇ ਪ੍ਰਾਣ ਦੇਣ ਵਾਲਾ ਹੈ, ਮੈਨੂੰ ਜਿਹੜਾ ਮੈਨੂੰ ਜਿਉਂਦੇ ਰੱਖਣ ਵਾਲਾ ਹੈ। ਫਿਰ ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ। ਕਹਿੰਦੇ ਹੁਣ ਤੇ ਮੇਰਾ ਇੰਨਾ ਕੁ ਪ੍ਰੇਮ ਬਣ ਚੁੱਕਾ, ਇੰਨੀ ਕੁ ਗੂੜੀ ਮਿੱਤਰਤਾ ਬਣ ਚੁੱਕੀ ਹੈ ਵੀ ਹੁਣ ਮੈਂ ਰਹਿ ਨਹੀਂ ਸਕਦਾ ਆਪਣੀ ਪ੍ਰੀਤਮ ਨੂੰ, ਆਪਣੇ ਪਿਆਰੇ ਨੂੰ ਵੇਖੇ ਬਿਨਾ। ਮੈਂ ਨੀਰ ਵਹਿ ਵਹਿ ਚੱਲੇ ਜੀਓ। ਹੁਣ ਤੇ ਹਰ ਵਕਤ ਉਹਦੇ ਬੈਰਾਗ ਦੇ ਵਿੱਚ, ਬੈਰਾਗ ਦਾ ਜਲ ਅੱਖਾਂ ਦੇ ਵਿੱਚੋਂ ਵਗ ਰਿਹਾ ਹੈ, ਜਿਹੜਾ ਜਲ ਇਸ ਗੱਲ ਦਾ ਪ੍ਰਗਟਾਵਾ ਕਰ ਰਿਹਾ, ਹਉ ਰਹਿ ਨਾ ਸਕਾਂ ਬਿਨ ਦੇਖੇ ਮੇਰੇ ਪ੍ਰੀਤਮਾ। ਵੀ ਹੁਣ ਮੈਂ ਰਹਿ ਨਹੀਂ ਸਕਦਾ ਉਸ ਦੇ ਪ੍ਰੇਮ ਤੋਂ ਬਿਨਾ, ਉਹਦੇ ਮਿਲਾਪ ਤੋਂ ਬਿਨਾ, ਉਹਦੇ ਪਿਆਰ ਤੋਂ ਬਿਨਾ। ਹੁਣ ਅੱਖਾਂ ਵਿਚਲਾ ਵੈਰਾਗ ਦਾ ਜਲ ਇਸ ਬਾਤ ਦਾ ਪ੍ਰਗਟਾਵਾ ਕਰ ਰਿਹਾ ਹੈ। ਸਤਿਗੁਰ ਮਿੱਤਰ ਮੇਰਾ ਬਾਲ ਸਖਾਈ, ਹਉ ਰਹਿ ਨਾ ਸਕਾ ਬਿਨ ਦੇਖੇ ਮੇਰੀ ਮਾਈ। ਹਰ ਜੀਉ ਕਿਰਪਾ ਕਰਹੁ ਗੁਰ ਮਿਲਹੁ, ਜਨ ਨਾਨਕ ਹਰ ਧਨ ਪੱਲੇ ਜੀਉ। ਅਖੀਰੀ ਪਦਿਆਂ ਵਿੱਚ ਆ ਕੇ ਫਿਰ ਸਾਹਿਬ ਨੇ ਬਾਤ ਕੀਤੀ, ਇਨਸਾਨ ਬਚਪਨ ਤੋਂ ਲੈ ਕੇ ਤੇ ਬਜ਼ੁਰਗੀ ਤੱਕ ਮਿੱਤਰ ਬਣਾਉਂਦਾ। ਬਚਪਨ ਸੀ, ਘਰੇ ਖੇਡਦਾ ਹੀ, ਉਦੋਂ ਮਿੱਤਰ ਹੋਰ। ਸਕੂਲੇ ਪੜ੍ਹਨ ਲੱਗ ਗਿਆ ਉਦੋਂ ਮਿੱਤਰ ਹੋਰ ਬਣ ਗਏ, ਕਾਲਜ ਪੜ੍ਹਨ ਲੱਗ ਗਿਆ ਮਿੱਤਰ ਹੋਰ ਬਣ ਗਏ, ਬਿਜ਼ਨਸ ਕਰਨ ਲੱਗ ਗਿਆ ਹੋਰ ਦੋਸਤ, ਸਰਕਲ ਵੱਧਦਾ ਗਿਆ। ਪਰ ਸਾਰੇ ਸਰਕਲ ਪਾਸੇ ਹੋ ਜਾਂਦੇ ਨੇ ਜਦੋਂ ਸਾਹਮਣੇ ਉਹ ਮਿੱਤਰ ਆਏ ਜਿਹਦੇ ਨਾਲ ਬਚਪਨ ਗੁਜ਼ਾਰਿਆ ਹੋਵੇ। ਇਹ ਮੇਰਾ ਬਚਪਨ ਦਾ ਮਿੱਤਰ ਹੈ, ਉਹਦੇ ਨਾਲ ਸੰਬੰਧ ਬਣਿਆ ਰਵੇ ਨਾ। ਫਿਰ ਇਨਸਾਨ ਬੜੇ ਹਰ ਮਿੱਤਰ, ਚਾਹੇ ਬਿਜ਼ਨਸ ਵੇਲੇ ਸੀ, ਚਾਹੇ ਕਾਲਜ ਵੇਲੇ ਸੀ, ਚਾਹੇ ਸਕੂਲ ਵੇਲੇ ਸੀ, ਤੇ ਭਾਵੇਂ ਅਗਾਂਹ ਬਜ਼ੁਰਗੀ ਵੇਲੇ ਆ ਕੇ ਮਿੱਤਰ ਕਿਉਂ ਨਾ ਬਣਿਆ ਹੋਵੇ, ਜਦੋਂ ਸਾਹਮਣੇ ਬਚਪਨ ਦਾ ਮਿੱਤਰ ਆ ਜਾਂਦਾ ਉਦੋਂ ਵੀ ਆ ਮੇਰੇ ਬਚਪਨ ਦਾ ਮਿੱਤਰ ਹੈ, ਸਾਰੇ ਛੱਡਤੇ।
ਗੁਰੂ ਦੀ ਮੱਤ ਦਾ ਧਾਰਨੀ ਜਦੋਂ ਜੀਵ ਬਣਿਆ ਨਾ, ਸਾਹਿਬ ਕਹਿੰਦੇ ਸਤਿਗੁਰ ਮਿੱਤਰ ਮੇਰਾ, ਗੁਰੂ ਮੇਰਾ ਮਿੱਤਰ ਹੈ। ਬਾਲ ਸਖਾਈ ਉਦੋਂ ਦਾ ਜਦੋਂ ਦਾ ਮੈਂ ਬਚਪਨ ਵਿੱਚ ਸੀ। ਬਚਪਨ ਵਿੱਚ ਜਦੋਂ ਗੁਰੂ ਦੀ ਮੱਤ ਮਿਲ ਗਈ ਤੇ ਬੁਢੇਪੇ ਤੱਕ ਕੀ ਜਾਏਗਾ? ਗੁਰੂ ਦੀ ਮੱਤ। ਬਜ਼ੁਰਗੀ ਵਿੱਚ ਆ ਕੇ ਆਖੇਗਾ ਨਹੀਂ ਵੀ ਮੇਰਾ ਗੁਰੂ ਤੇ ਮੇਰਾ ਉਦੋਂ ਦਾ ਮਿੱਤਰ ਹੈ ਜਦੋਂ ਦਾ ਮੈਂ ਜਨਮ ਲਿਆ। ਬਚਪਨ ਤੋਂ ਮੇਰਾ ਸਤਿਗੁਰ ਮਿੱਤਰ ਮੇਰਾ ਬਾਲ ਸਖਾਈ। ਹੁਣ ਕਹਿੰਦੇ ਫਿਰ ਕਈ ਵਾਰੀ ਇਨਸਾਨ ਜਦੋਂ ਆਪਣੇ ਮਿੱਤਰਾਂ ਤੋਂ ਦੂਰ ਹੋ ਜੇ ਨਾ, ਤੇ ਫਿਰ ਸੋਚਦਾ ਵੀ ਹੁਣ ਜੀ ਕਰਦਾ ਵੀ ਇੱਕ ਵਾਰੀ ਮਿੱਤਰ ਮਿਲਣ ਜਿਨ੍ਹਾਂ ਨਾਲ ਮੈਂ ਆਪਣਾ ਬਚਪਨ ਗੁਜ਼ਾਰਿਆ, ਉਹਨਾਂ ਨਾਲ ਮੇਰਾ ਮਿਲਾਪ ਹੋਵੇ। ਫਿਰ ਉਹ ਜਿਹੜੇ ਗੁਰੂ ਨੇ ਬਚਪਨ ਵਿੱਚ ਮਿੱਤਰਤਾਈ ਨਿਭਾਈ ਨਾ, ਕਹਿੰਦੇ ਹਾਲਾਤ ਐਸੇ ਬਣੇ ਹੋਂ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ। ਇਹ ਮੇਰੀ ਮਾਂ, ਹੁਣ ਉਹਨੂੰ ਵੇਖੇ ਬਿਨਾ ਮੇਰੇ ਤੋਂ ਰਹਿ ਨਹੀਂ ਹੁੰਦਾ। ਮੇਰਾ ਚਿੱਤ ਕਰਦਾ ਮੈਂ ਉਹ ਆਪਣੇ ਮਿੱਤਰ ਨਾਲ ਸਾਂਝ ਬਣਾਵਾਂ, ਸਾਂਝ ਬਣੇ। ਹਰ ਜੀਓ ਕਿਰਪਾ ਕਰੋ, ਗੁਰ ਮੇਲੋ, ਰੱਬ ਜੀਓ ਰਹਿਮਤ ਕਰੋ। ਮੇਰਾ ਮਿੱਤਰ ਗੁਰੂ ਮੇਰੇ ਨਾਲ ਮਿਲਾਪ ਮੇਲ ਦਿਓ। ਜਨ ਨਾਨਕ ਹਰ ਤਨ ਪੱਲੇ ਜੀਓ, ਤਾਂ ਜੋ ਇਸ ਦਾਸ ਨਾਨਕ ਦੇ ਪੱਲੇ ਨਾਲ ਵੀ ਹਰੀ ਪਰਮਾਤਮਾ ਦਾ ਨਾਮ ਰੂਪੀ ਧਨ ਵੱਜ ਜਾਏ। ਮੇਰੇ ਕੋਲ ਵੀ ਪਰਮੇਸ਼ਵਰ ਜੀ ਦੇ ਚਿੰਤਨ ਦਾ ਧਨ ਹੋਵੇ। ਇਸ ਤਰੀਕੇ ਅੱਜ ਸਤਿਗੁਰੂ ਜੀ ਸਾਨੂੰ ਉਪਦੇਸ਼ ਦਿੰਦੇ ਆ। ਗੁਰੂ ਦੀ ਮੱਤ ਦੇ ਧਾਰਨੀ ਹੋਣ ਦਾ ਗਿਆਨ ਸਤਿਗੁਰੂ ਜੀ ਦੇ ਰਹੇ, ਜਾਂ ਇਉਂ ਕਹਿ ਲਈਏ ਗੁਰੂ ਦੀ ਮੱਤ ਧਾਰਨ ਕਰਨ ਦਾ ਉਪਦੇਸ਼ ਸਤਿਗੁਰੂ ਦੇ ਰਹੇ ਵੀ ਅਸੀਂ ਗੁਰੂ ਦੀ ਮੱਤ ਦੇ ਧਾਰਨੀ ਹੋ ਕੇ ਆਪਣੇ ਜੀਵਨ ਅੰਦਰ ਗੁਰੂ ਅਨੁਸਾਰੀ ਚੱਲੀਏ, ਗੁਰੂ ਆਸ਼ੇ ਮੁਤਾਬਕ ਸਾਡਾ ਜੀਵਨ ਹੋਵੇ, ਤਾਂ ਜੋ ਅਸੀਂ ਆਪਣੇ ਇਹਨਾਂ ਜੀਵਨਾਂ ਨੂੰ ਸਫਲ ਕਰਕੇ ਸੰਸਾਰ ਤੋਂ ਜਾਈਏ। ਸਤਿਗੁਰੂ ਅੱਗੇ ਰੋਜ਼ ਅਰਦਾਸ ਤੇ ਅਰਜ਼ੋਈ ਕਰਦੇ ਰਿਹਾ ਕਰੋ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ। ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਾਹਿਬ ਜੀ ਕੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸਾ ਲਈਏ। ਸਤਿਗੁਰ ਮਿੱਤਰ ਮੇਰਾ ਬਾਲ ਸਖਾਈ, ਹੋ ਰਹਿ ਨਾ ਸਕਾ ਬਿਨ ਦੇਖੇ ਮੇਰੀ ਮਾਈ। ਹਰ ਜੀਓ ਕਿਰਪਾ ਕਰਹੁ ਗੁਰ ਮਿਲਹੁ, ਜਨ ਨਾਨਕ ਹਰ ਧਨ ਪੱਲੇ ਜੀਓ। ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।